Hello students, we shall discuss about disaster management in schools today. Disasters ਕੀ ਹੁੰਦੇ ਨੇ ਤੇ ਸਕੂਲ ਅਧਿਆਪਕ ਮੁੱਖ ਅਧਿਆਪਕ ਤੇ ਪ੍ਰਬੰਧਕਾਂ ਨੂੰ ਕਿਸ ਤਰ੍ਹਾਂ ਉਹਨਾਂ ਡਿਜ਼ਾਸਟਰਸ ਦਾ ਸਕੂਲ ਦੇ ਵਿੱਚ ਪ੍ਰਬੰਧ ਕਰਨ ਲਈ ਕੀ ਸਟੈਪਸ ਹੈ ਜੋ ਚੱਕਣੇ ਚਾਹੀਦੇ ਉਸ ਦੇ ਬਾਰੇ ਆਪਾਂ ਅੱਜ ਇਸ ਸਲਾਈਡ ਵਿੱਚ ਡਿਸਕਸ ਕਰਾਂਗੇ. ਮੂਵਿੰਗ ਟੂ ਦੀ ਫਰਸਟ ਸਲਾਈਡ, ਵੀਲ ਟਰਾਈ ਟੂ ਅੰਡਰਸਟੈਂਡ what is a disaster. Now if you see, if you have a look at the different definitions of disaster, there are 4 definitions of disasters जो इस slide ਵਿੱਚ put up ਕੀਤੀਆਂ ਹੋਈਆਂ. ਕੁਝ ਚੀਜ਼ਾਂ ਉਹਨਾਂ 'ਚ common ਹੈ ਤੇ ਕੁਝ ਚੀਜ਼ਾਂ ਉਹਨਾਂ 'ਚ differently address ਕੀਤੀਆਂ ਗਈਆਂ. First of all, we'll take the first definition which says disaster is a sudden, adverse or unfortunate extreme event which causes great damage to human beings as well as flora and fauna. So disaster ਇੱਕ ਇਸ ਤਰ੍ਹਾਂ ਦੀ ਇੱਕਦਮ ਹੋ ਜਾਣ ਵਾਲੀ ਘਟਨਾ ਹੈ, ਅਨਫੋਰਚੂਨੇਟ ਹੈ, ਜੋ ਸਾਨੂੰ ਬਹੁਤ ਖੁਸ਼ੀ ਨਹੀਂ ਦਿੰਦੀ, ਜਿਸ ਦੇ ਨਾਲ ਮਨੁੱਖ ਨੂੰ, ਜਾਨਵਰ ਅਤੇ ਪੌਦਿਆਂ ਨੂੰ ਤਿੰਨਾਂ ਨੂੰ ਇੱਕ ਵੱਡੇ ਪੱਧਰ 'ਤੇ ਨੁਕਸਾਨ ਦਾ ਸਾਹਮਣਾ ਕਰਨਾ ਪਵੇ. ਸੋ ਜੋ ਆਪਾਂ ਇਹਦੇ ਵਿੱਚੋਂ ਮੇਨ ਪੁਆਇੰਟ ਸਮਝ ਸਕਦੇ ਹੋ ਕੀ ਹੈ ਕਿ ਇਟ ਇਜ਼ ਸਡਨ, ਐਡਵਰਸ ਹੈ, ਅਨਫੋਰਚੂਨੇਟ ਹੈ, ਐਕਸਟਰੀਮ ਹੈ ਅਤੇ ਇੱਕ ਗ੍ਰੇਟ ਡੈਮੇਜ ਕਰੇਗਾ human mankind ਨੂੰ, flora ਤੇ fauna ਨੂੰ. Moving to the second definition, when we talk of the definition which says disaster is a undesirable occurrence. Undesirable occurrence ਦਾ ਮਤਲਬ ਹੈ ਜੋ ਇੱਕ ਇਹੋ ਜਿਹੀ ਘਟਨਾ ਜਿਹਦੀ ਤੁਸੀਂ ਇੱਛਾ ਨਹੀਂ ਕਰਦੇ, resulting from the forces that are largely outside human control. ਜਿਨ੍ਹਾਂ ਤਾਕਤਾਂ ਦੇ ਕਾਰਨ ਉਹ ਘਟਨਾ ਵਾਪਰਦੀ ਹੈ ਉਹਨਾਂ ਦਾ ਸਾਡਾ ਹਿਊਮਨ ਦਾ ਉਸ ਦੇ ਉੱਤੇ ਕੋਈ ਵੀ ਕੰਟਰੋਲ ਨਹੀਂ ਹੈ. ਸਟਰਾਈਕਸ ਕੁਇਕਲੀ ਵਿਦ ਲਿਟਲ ਔਰ ਨੋ ਵਾਰਨਿੰਗ. ਕਈ ਘਟਨਾਵਾਂ ਐਸੀਆਂ ਨੇ ਜਿਹਦੇ ਲਈ ਤੁਹਾਨੂੰ ਕੋਈ ਵਾਰਨਿੰਗ ਸਿਗਨਲਸ ਮਿਲਦੇ ਨੇ, ਪਰ ਬਹੁਤੀਆਂ ਘਟਨਾਵਾਂ ਲਈ ਵਾਰਨਿੰਗ ਨਹੀਂ ਮਿਲਦੀ. ਜਿਵੇਂ ਫਲੱਡਸ ਹੈ, ਜੇ ਫਲੱਡਸ ਆਉਣ ਤੋਂ ਪਹਿਲਾਂ ਸਾਨੂੰ ਪਤਾ ਲੱਗ ਜਾਂਦਾ ਮੀਂਹ ਪੈਂਦਾ ਬਹੁਤ ਜ਼ਿਆਦਾ, ਨਦੀਆਂ ਦਾ ਜਿਹੜਾ ਪਾਣੀ ਦਾ ਲੈਵਲ ਉਹ ਵੱਧ ਜਾਂਦਾ, ਸੋ ਇੱਕ ਵਾਰਨਿੰਗ ਹੈ. ਬਟ ਜੇ ਅਰਥਕੁਇਕ ਦੀ ਗੱਲ ਕਰੀਏ ਤਾਂ ਯੂ ਗੈਟ ਨੋ ਵਾਰਨਿੰਗ. ਸੋ ਜ਼ਰੂਰੀ ਨਹੀਂ ਹੈ ਕਿ ਘਟਨਾ ਤੋਂ ਪਹਿਲਾਂ ਤੁਹਾਨੂੰ ਵਾਰਨਿੰਗ ਮਿਲੇਗੀ ਜਾਂ ਨਹੀਂ ਮਿਲੇਗੀ, ਬਟ ਜਿਸ ਦੇ ਨਾਲ ਤੁਹਾਡੀ ਜਿਹੜੀ ਜ਼ਿੰਦਗੀ ਹੈ ਉਸ ਦੇ ਵਿੱਚ ਇੱਕ ਸੀਰੀਅਸ ਡਿਸਰਪਸ਼ਨ ਜ਼ਰੂਰ ਆਏਗੀ, ਰੁਕਾਵਟ ਜ਼ਰੂਰ ਆਏਗੀ, ਪਲੱਸ ਪ੍ਰੋਪਰਟੀ ਦਾ ਨੁਕਸਾਨ ਵੀ ਹੋਏਗਾ ਐਂਡ ਵਿਚ ਰਿਜ਼ਲਟਸ ਇਨ ਡੈਥ ਐਂਡ ਇੰਜਰੀ ਟੂ ਲਾਰਜ ਨੰਬਰ ਆਫ ਪੀਪਲ. ਜੋ ਘਟਨਾ ਹੈ ਉਹਦਾ ਜਿਹੜਾ ਇਫੈਕਟ ਹੈ ਜੇ ਮੌਤ ਦੇ ਲੈਵਲ 'ਤੇ ਵੀ ਹੋ ਸਕਦਾ ਜਾਂ ਕਿਸੇ ਸੱਟ ਦੇ ਪੱਧਰ 'ਤੇ ਵੀ ਹੋ ਸਕਦਾ, ਬਟ ਉਹ ਇੱਕ ਵੱਡੀ ਸੰਖਿਆ ਦੇ ਵਿੱਚ ਲੋਕਾਂ ਨੂੰ ਪ੍ਰਭਾਵਿਤ ਕਰੇਗਾ ਅਤੇ ਉਹਨਾਂ ਨੂੰ ਦੁਬਾਰਾ ਤੋਂ ਉਸ ਨੂੰ ਸੈਟਲ ਹੋਣ ਲਈ, ਆਪਣੀ ਲਾਈਫ ਦੁਬਾਰਾ ਸ਼ੁਰੂ ਕਰਨ ਲਈ ਤੁਹਾਨੂੰ ਕਾਫੀ ਜ਼ਿਆਦਾ ਯਤਨ ਕਰਨੇ ਪੈਣਗੇ ਅਤੇ ਰਿਸੋਰਸਿਸ ਨੂੰ ਮੋਬਿਲਾਈਜ਼ ਕਰਨਾ ਪਊਗਾ, ਐਮਰਜੈਂਸੀ ਸਰਵਿਸਿਜ਼ ਦੇਣੀਆਂ ਪੈਣਗੀਆਂ ਸੋ ਦੈਟ ਉਹ ਲੋਕ ਇੱਕ ਨੋਰਮਲ ਲਾਈਫ ਦੁਬਾਰਾ ਤੋਂ ਜੀ ਸਕਣ. ਸੋ ਦਿਸ ਇਜ਼ ਵਾਟ ਇਜ਼ ਅ ਡਿਜ਼ਾਸਟਰ, ਜਿਸ ਦੀ ਅਸੀਂ ਕਦੇ ਕਾਮਨਾ ਨਹੀਂ ਕਰਦੇ, ਵਿਚ ਇਜ਼ ਅਨਡਿਜ਼ਾਇਰੇਬਲ, ਜੋ ਸਾਡੇ ਕੰਟਰੋਲ ਵਿੱਚ ਨਹੀਂ ਹੈ ਅਤੇ ਉਹ ਲਾਰਜ ਲੈਵਲ ਦਾ ਨੁਕਸਾਨ ਹੈ ਹਿਊਮਨ ਨੂੰ ਜਾਂ ਆਪਣੀ ਇਨਵਾਇਰਮੈਂਟ ਨੂੰ ਕਰਕੇ ਜਾਂਦੇ ਹੈ. ਬਾਲਾਜੀ ਸ਼ੰਕਰ ਐਂਡ ਕ੍ਰਾਂਤੀ ਵੀ ਕੁਛ ਇਸ ਤਰ੍ਹਾਂ ਹੀ ਡਿਜ਼ਾਸਟਰਸ ਨੂੰ ਪ੍ਰਭਾਵਿਤ ਕਰਦੇ ਨੇ, ਜਿਸ 'ਚੋਂ ਕਹਿੰਦੇ ਨੇ ਇਟ ਇਜ਼ ਸੀਰੀਅਸ ਡਿਸਰਪਸ਼ਨ ਆਫ ਫੰਕਸ਼ਨਿੰਗ ਆਫ ਦੀ ਸੋਸਾਇਟੀ ਕਾਜ਼ਿੰਗ ਵਾਈਡ ਸਪਰੈਡ ਹਿਊਮਨ ਮਟੀਰੀਅਲ ਐਂਡ ਇਨਵਾਇਰਮੈਂਟਲ ਲਾਸ. ਸੀਰੀਅਸ ਡਿਸਰਪਸ਼ਨ ਹੈ, ਰੁਕਾਵਟ ਹੈ ਸੀਰੀਅਸ ਲੈਵਲ 'ਤੇ, ਵੱਡੇ ਪੱਧਰ 'ਤੇ ਇੱਕ ਸਮਾਜ ਦੀ ਕਾਰਜਸ਼ੀਲਤਾ ਵਿੱਚ ਜਾਂ ਸਮਾਜ ਦੇ ਕੰਮਾਂ ਦੇ ਵਿੱਚ, ਜਿਸ ਦੇ ਨਾਲ ਮਨੁੱਖ ਨੂੰ, ਮਟੀਰੀਅਲ ਨੂੰ ਅਤੇ ਇਨਵਾਇਰਮੈਂਟ ਤਿੰਨਾਂ ਨੂੰ ਵੱਡੇ ਪੱਧਰ 'ਤੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ. ਡਿਜ਼ਾਸਟਰ ਸਾਡੀ ਜ਼ਿੰਦਗੀ ਵਿੱਚ ਇੰਨੀ ਵੱਡੀ ਉਥਲ ਪੁਥਲ ਕਰ ਦਿੰਦੇ ਨੇ ਕਿ ਵੀ ਹੈਡ ਅ ਡਿਜ਼ਾਸਟਰ ਮੈਨੇਜਮੈਂਟ ਬਿੱਲ ਜੋ 2005 ਵਿੱਚ ਪਾਸ ਕੀਤਾ ਗਿਆ, ਜਿਸ ਨੇ ਇੱਕ ਸਖਤ ਹਦਾਇਤਾਂ ਦਿੱਤੀਆਂ ਨੇ ਸਰਕਾਰਾਂ ਨੂੰ ਅਤੇ ਸਕੂਲ ਇੰਸਟੀਟਿਊਸ਼ਨਸ ਨੂੰ ਕਿ ਜਿਨ੍ਹਾਂ ਦੇ ਤਹਿਤ ਹਰ ਇੱਕ ਇੰਸਟੀਟਿਊਟ ਨੂੰ ਜਿੱਥੇ ਵੀ ਲੋਕਾਂ ਦਾ ਇਕੱਠ ਹੁੰਦਾ ਜਾਂ ਜਿੱਥੇ ਵੀ ਡਿਜ਼ਾਸਟਰਸ ਹੋਣ ਦੀ ਸੰਭਾਵਨਾ ਜ਼ਿਆਦਾ ਹੈ ਉੱਥੇ ਕੁਝ ਖਾਸ ਸਟੈਪਸ ਚੱਕਣ ਦੀ ਲੋੜ ਹੈ. ਸੋ ਡਿਜ਼ਾਸਟਰ ਮੈਨੇਜਮੈਂਟ ਬਿੱਲ ਨੇ ਕਾਫੀ ਸਪਸ਼ਟ ਰੂਪ ਵਿੱਚ ਪ੍ਰਭਾਸ਼ਿਤ ਕੀਤੇ ਨੇ ਉਹ ਸਟੈਪਸ. ਨਾ ਡਿਜ਼ਾਸਟਰ ਮੈਨੇਜਮੈਂਟ ਬਿੱਲ ਕਿਵੇਂ ਪ੍ਰਭਾਸ਼ਿਤ ਕਰਦਾ ਡਿਜ਼ਾਸਟਰ ਨੂੰ? ਇਟ ਸੇਜ਼ ਇਟ ਇਜ਼ ਅ ਕੈਟਾਸਟ੍ਰੋਫ, ਮਿਸਚੈਪ, ਕੈਲਾਮਿਟੀ ਔਰ ਗ੍ਰੇਵ ਅਕਰੈਂਸ. ਕੋਈ ਵੱਡੇ ਪੱਧਰ ਦਾ ਇੱਕ ਮਿਸਚੈਪ ਹੈ, ਘਟਨਾ ਹੈ, ਹਾਦਸਾ ਹੈ, ਕੈਲਾਮਿਟੀ ਹੈ, ਜਾਂ ਜਿਹੜਾ ਕਿ ਵੱਡੇ ਏਰੀਆ ਨੂੰ ਇਫੈਕਟ ਕਰੇ, ਕੋਈ ਵੀ ਐਸੀ ਘਟਨਾ ਜੋ ਇੱਕ ਲਾਰਜ ਏਰੀਆ ਨੂੰ ਇਫੈਕਟ ਕਰੇ, ਜੋ ਕਿ ਕੁਦਰਤੀ ਵੀ ਹੋ ਸਕਦੀ ਹੈ, ਮੈਨ ਮੇਡ ਵੀ ਹੋ ਸਕਦੀ ਹੈ. ਜਿਵੇਂ ਦੇਅਰ ਨੰਬਰ ਆਫ ਡਿਜ਼ਾਸਟਰਸ ਜੋ ਮੈਨ ਮੇਡ ਨੇ, ਬਟ ਨੰਬਰ ਆਫ ਡਿਜ਼ਾਸਟਰਸ ਜੋ ਨੈਚੁਰਲ ਨੇ, ਕੁਦਰਤੀ ਨੇ. ਕਿਸੇ ਦੀ ਗਲਤੀ ਕਾਰਨ ਵੀ ਹੋ ਸਕਦੀ ਹੈ, ਬਾਈ ਐਕਸੀਡੈਂਟ ਔਰ ਨੈਗਲੀਜੈਂਸ ਵਿਚ ਰਿਜ਼ਲਟਸ ਇਨ ਸਬਸਟੈਂਸ਼ੀਅਲ ਲਾਸ ਆਫ ਲਾਈਫ. ਕੋਈ ਇਹੋ ਜਿਹੀ ਘਟਨਾ ਜੋ ਕਿਸੇ ਮਨੁੱਖ ਦੀ ਗਲਤੀ ਕਾਰਨ ਹੋ ਗਈ, ਪਰ ਜਿਸ ਕਰਕੇ ਇੱਕ ਵੱਡੇ ਲੈਵਲ ਦਾ ਜੋ ਨੁਕਸਾਨ ਹੈ ਮਨੁੱਖੀ ਜਾਨਾਂ ਦਾ ਜਾਂ ਇਨਵਾਇਰਮੈਂਟ ਦਾ ਸਾਨੂੰ ਫੇਸ ਕਰਨਾ ਪੈ ਰਿਹਾ ਐਂਡ ਉਹ ਇਸ ਇੰਨੇ ਵੱਡਾ ਨੁਕਸਾਨ ਹੈ ਕਿ ਜਿਹੜਾ ਕਿ ਵਾਤਾਵਰਨ ਹੈ ਜਾਂ ਕੋਈ ਕਮਿਊਨਿਟੀ ਹੈ ਉਹ ਆਪਣੇ ਪੱਧਰ 'ਤੇ ਉਸ ਨੁਕਸਾਨ ਦੀ ਭਰਪਾਈ ਵੀ ਨਹੀਂ ਕਰ ਸਕਦਾ. ਸੋ ਤੁਹਾਨੂੰ ਬਾਹਰੋਂ ਹੈਲਪ ਦੀ ਲੋੜ ਪੈਂਦੀ ਹੈ ਜਾਂ ਰਿਸੋਰਸਿਸ ਨੂੰ ਮੋਬਿਲਾਈਜ਼ ਕਰਨ ਦੀ ਲੋੜ ਪੈਂਦੀ ਹੈ. ਸੋ ਦਿਸ ਇਜ਼ ਵਾਟ ਦੇ ਸੇ ਇਜ਼ disasters, right? So moving to the next slide. Now this slide differentiates between different kinds of disasters जो
ਆਪਣੇ ਕੋਲ ਜਿਨ੍ਹਾਂ ਬਾਰੇ ਅਸੀਂ ਗੱਲ ਕਰ ਸਕਦੇ ਹਾਂ। ਸੋ ਡਿਜ਼ਾਸਟਰ ਮੇਜਰ ਤੌਰ 'ਤੇ ਅਸੀਂ ਦੋ ਉਹਨਾਂ 'ਚ ਡਿਵਾਈਡ ਕਰ ਦਿੰਦੇ ਹਾਂ, ਨੈਚੁਰਲ ਡਿਜ਼ਾਸਟਰਸ ਐਂਡ ਮੈਨ ਮੇਡ ਡਿਜ਼ਾਸਟਰਸ, ਕੁਦਰਤੀ ਅਤੇ ਮਨੁੱਖੀ ਆਫਤਾਂ। ਫਿਰ ਮੇਜਰ ਅਤੇ ਮਾਈਨਰ, ਜੋ ਉਹਨਾਂ ਦਾ ਲੈਵਲ ਜ਼ਿਆਦਾ ਜਿੱਥੇ ਥੋੜ੍ਹਾ ਨੁਕਸਾਨ ਹੋਵੇ, ਜਿਵੇਂ ਫਲੱਡਸ ਹੈ, ਹੜ੍ਹ ਆ ਜਾਣੇ, ਸੋਕਾ ਪੈ ਜਾਣਾ ਜਾਂ ਅਰਥਕੁਏਕ ਆਉਣਾ ਇਜ਼ ਅ ਮੇਜਰ ਨੈਚੁਰਲ ਡਿਜ਼ਾਸਟਰ। ਬਟ ਕਾਫੀ ਲੰਬੇ ਟਾਈਮ ਤੱਕ ਮੀਂਹ ਪੈਂਦੇ ਰਹਿਣਾ ਜਾਂ ਗੜੇ ਪੈਣਾ ਜਾਂ ਹਨੇਰੀਆਂ ਚੱਲਣਾ ਇਜ਼ ਅ ਮਾਈਨਰ ਨੈਚੁਰਲ ਡਿਜ਼ਾਸਟਰ। ਉਸੇ ਤਰ੍ਹਾਂ ਮੇਜਰ ਮੈਨ ਮੇਡ ਕੀ ਹੈ, ਫਾਇਰ ਲੱਗ ਜਾਣੀ, ਅੱਗ ਲੱਗ ਜਾਣੀ ਕਿੱਥੇ, ਐਪੀਡੈਮਿਕ ਹੋ ਜਾਣਾ, ਕੋਈ ਭੁੱਖਮਰੀ ਹੋ ਜਾਣੀ, ਇਸ ਟਾਈਪ ਆਫ ਐਨੀ ਕਾਈਂਡ ਆਫ ਪ੍ਰੋਬਲਮ। ਡੀਫੋਰੈਸਟੇਸ਼ਨ, ਜੰਗਲਾਂ ਦੀ ਕੱਟਣ ਕਰਕੇ ਜੋ ਪ੍ਰੋਬਲਮਸ ਅਸੀਂ ਅੱਜ ਗਲੋਬਲ ਵਾਰਮਿੰਗ ਜਿਵੇਂ ਅਸੀਂ ਫੇਸ ਕਰ ਰਹੇ ਹਾਂ, ਇਟ ਇਜ਼ ਅ ਮੈਨ ਮੇਡ ਡਿਜ਼ਾਸਟਰ। ਪੋਲਿਊਸ਼ਨ ਹੋਣਾ, ਕੈਮੀਕਲ ਪੈਸਟੀਸਾਈਡਸ ਇਨਸੈਕਟੀਸਾਈਡ ਸਪਰੇ ਹੋਣ ਕਾਰਨ ਕੋਈ ਘਟਨਾ ਦਾ ਵਾਪਰ ਜਾਣਾ, ਜਾਂ ਲੜਾਈ ਇੱਕ ਬਹੁਤ ਵੱਡੇ ਲੈਵਲ ਦਾ ਮੈਨ ਮੇਡ ਡਿਜ਼ਾਸਟਰ ਹੈ, ਜੋ ਅਗੇਨ ਲਾਰਜ ਅਮਾਊਂਟ ਆਫ ਪੋਪੂਲੇਸ਼ਨ ਨੂੰ ਇਫੈਕਟ ਕਰਦਾ। ਮਾਈਨਰ ਦੇ ਵਿੱਚ ਕੀ ਆ ਜਾਂਦੇ ਨੇ, ਰੋਡ ਐਕਸੀਡੈਂਟਸ, ਟ੍ਰੇਨ ਐਕਸੀਡੈਂਟਸ, ਰਾਈਟਸ ਹੋ ਜਾਣੇ, ਫੂਡ ਪੋਇਜ਼ਨਿੰਗ ਹੋਣੀ, ਇੰਡਸਟਰੀਅਲ ਡਿਜ਼ਾਸਟਰਸ ਕ੍ਰਾਈਸਿਸ ਹੋਣਾ, ਜਾਂ ਇਨਵਾਇਰਮੈਂਟਲ ਪੋਲਿਊਸ਼ਨ। ਇਹ ਕੀ ਨੇ, ਇਹ ਸਮੋਲ ਲੈਵਲ ਦੇ ਮੈਨ ਮੇਡ ਡਿਜ਼ਾਸਟਰਸ ਨੇ ਨਾ। ਇੰਡੀਆ ਦੇ ਵਿੱਚ ਜੇ ਆਪਾਂ ਦੇਖੀਏ ਸੀ, ਇਫ ਯੂ ਸੀ ਇਨ ਇੰਡੀਆ ਦੇ ਵਿੱਚ ਦਿਸ ਇਜ਼ ਦ ਨੈਚੁਰਲ ਹਜ਼ਾਰਡਸ ਹੈ ਜਾਂ ਜੋ ਕੁਦਰਤੀ ਡਿਜ਼ਾਸਟਰਸ ਇੰਡੀਆ 'ਚ ਜਿੱਥੇ ਤੇ ਫੇਸ ਕਰਦੇ ਆ, ਉਹ ਕਲਾਸੀਫਿਕੇਸ਼ਨ ਡਿਵਾਈਡ ਕੀਤੀ ਹੈ। ਜੇ ਤੁਸੀਂ ਦੇਖੋ ਜਿਹੜੇ ਵੀ ਏਰੀਆਜ਼ ਯੈਲੋ ਨਾਲ ਹਾਈਲਾਈਟ ਹੋਏ ਨੇ, ਦੀਜ਼ ਏਰੀਆਜ਼ ਜੋ ਯੈਲੋ ਦੇ ਵਿੱਚ ਹਾਈਲਾਈਟਡ ਨੇ, ਇਹ ਸਾਰੇ ਕੀ ਨੇ, ਡਰਾਊਟ ਪ੍ਰਾਊਨ ਏਰੀਆਜ਼ ਹੈ, ਜਿੱਥੇ ਸੋਕਾ ਪੈਂਦਾ ਬਹੁਤ ਜ਼ਿਆਦਾ। ਸੋ ਦੇਖੋ ਕਿੰਨਾ ਲਾਰਜ ਨੰਬਰ ਆਫ ਏਰੀਆ ਆਫ ਇੰਡੀਆ ਜੋ ਡਿਜ਼ਾਸਟਰਸ ਨਾਲ ਇਫੈਕਟ ਹੁੰਦਾ। ਜਿੱਥੇ ਤੁਸੀਂ ਇਹ ਦੇਖਦੇ ਹੋ ਪਿੰਕ ਕਲਰ ਦਾ, ਦਿਸ ਇਜ਼ ਹੌਟ ਡੈਜ਼ਰਟਸ, ਰੇਤਲੀ ਦਾ ਰਾਜਸਥਾਨ ਹੈ, ਤੁਹਾਨੂੰ ਸਭ ਨੂੰ ਪਤਾ ਹੈ ਡੈਜ਼ਰਟ ਏਰੀਆ। ਸੋ ਉੱਥੇ ਜਦੋਂ ਗਰਮੀ ਵੀ ਜ਼ਿਆਦਾ ਹੋ ਜਾਏ ਤਾਂ ਡੈਜ਼ਰਟ ਏਰੀਆ, ਪਾਣੀ ਦੀ ਘਾਟ ਹੋ ਜਾਂਦੀ ਹੈ, ਖਾਣ ਪੀਣ ਦੀ ਘਾਟ ਹੋ ਜਾਂਦੀ ਹੈ, ਉਹਨਾਂ ਰੀਜ਼ਨਸ ਕਰਕੇ ਦੈਨ ਦਿਸ ਇਜ਼ ਅਗੇਨ ਕਲਾਸੀਫਾਈਡ ਐਜ਼ ਅ ਡਿਜ਼ਾਸਟਰ। ਸਿਮਿਲਰਲੀ ਜਿਵੇਂ ਇਹ ਹੌਟ ਡੈਜ਼ਰਟਸ ਹੈ, ਜਿਹੜੇ ਗ੍ਰੀਨ ਏਰੀਆ, ਦਿਸ ਇਜ਼ ਕੋਲਡ ਡੈਜ਼ਰਟ, ਕਿਉਂਕਿ ਇੱਥੇ ਠੰਡ ਬਹੁਤ ਜ਼ਿਆਦਾ ਪਏਗੀ। ਬਟ ਦੈਨ ਅਗੇਨ ਉਹਦੇ ਰੀਜ਼ਨਸ ਨਾਲ ਵੀ ਫਿਰ ਰਿਸੋਰਸਿਸ ਦੀ ਕਮੀ ਹੋ ਜਾਂਦੀ ਹੈ। ਉਸ ਤੋਂ ਬਾਅਦ ਜਿੰਨਾ ਵੀ ਏਰੀਆ ਬਲੂ ਹੈ, ਜਿਵੇਂ ਸਪੋਜ਼ ਮੈਂ ਜੇ ਤੁਹਾਨੂੰ ਆਪਣੇ ਮੂਵ ਕਰਕੇ ਦਿਖਾਵਾਂ, ਜਿੱਥੇ ਵੀ ਤੁਸੀਂ ਬਲੂ ਏਰੀਆ ਦੇਖ ਰਹੇ ਹੋ, ਦਿਸ ਇਜ਼ ਪੰਜਾਬ, ਇੱਧਰ ਏਰੀਆ ਬਲੂ ਦੇਖ ਰਹੇ ਹਾਂ ਆਪਾਂ, ਇੱਥੇ ਵੀ ਹੈ ਬਲੂ, ਦੈਨ ਹੇਅਰ ਆਲਸੋ ਦੀਜ਼ ਆਰ ਆਲ ਫਲੱਡ ਪ੍ਰੋਨ ਏਰੀਆਜ਼, ਜਿੱਥੇ ਹੜ੍ਹ ਆਉਣ ਦੀ ਜਿਹੜੀ ਸੰਭਾਵਨਾ ਉਹ ਬਹੁਤ ਜ਼ਿਆਦਾ ਹੈ ਨਾ। ਸੀ ਇਫ ਵੀ ਸੇ ਓਬਵੀਅਸਲੀ ਅਸੀਂ ਜੋਗ੍ਰਾਫੀ ਦਾ ਟੋਪਿਕ ਨਹੀਂ ਪੜ੍ਹ ਰਹੇ ਜਿਸ ਦੇ ਅੰਡਰ ਅਸੀਂ ਡਿਜ਼ਾਸਟਰਸ ਦੀ ਗੱਲ ਕਰ ਰਹੇ ਹਾਂ, ਪਰ ਸੋਚੋ ਕਿ ਜੇ ਤੁਸੀਂ ਇਸ ਬੈਲਟ ਨੂੰ ਦੇਖੋਗੇ ਤਾਂ ਯੂ ਵਿਲ ਸੀ ਕਿ ਆਲਮੋਸਟ ਪੂਰੇ ਇੰਡੀਆ ਦੇ ਵਿੱਚ ਕੋਈ ਉਹ ਏਰੀਆ ਐਸਾ ਜਿਹਦਾ ਡਿਜ਼ਾਸਟਰ ਪ੍ਰੋਨ ਨਹੀਂ ਹੈ। ਐਂਡ ਇਹਦਾ ਮਤਲਬ ਜਿੱਥੇ ਵੀ ਇੱਥੇ ਸਕੂਲ ਸਥਾਪਿਤ ਹੋਣਗੇ, ਉਹ ਸਕੂਲਸ ਵੀ ਉਸ ਜ਼ੋਨ ਵਿੱਚ ਆਉਣਗੇ ਜੋ ਡਿਜ਼ਾਸਟਰਸ ਨੂੰ ਫੇਸ ਕਰ ਰਹੇ ਨੇ। ਤਾਂ ਓਬਵੀਅਸਲੀ ਯੂ ਨੀਡ ਟੂ ਹੈਵ ਸਮ ਕਾਈਂਡ ਆਫ ਅ ਮੈਨੇਜਮੈਂਟ ਟੈਕਨੀਕ ਜਿਸ ਨਾਲ ਅਸੀਂ ਉਸ ਡਿਜ਼ਾਸਟਰਸ ਨੂੰ ਰੋਕ ਸਕੀਏ, ਰਾਈਟ। ਸੋ ਉਹ ਡਿਜ਼ਾਸਟਰ ਮੈਨੇਜਮੈਂਟ ਦੀਆਂ ਟੈਕਨੀਕਸ ਹੀ ਨੇ ਜਿਹੜੀਆਂ ਅਸੀਂ ਇਹਦੇ ਵਿੱਚ ਰੀਡ ਆਊਟ ਮਤਲਬ ਸਟੱਡੀ ਕਰਨੀਆਂ ਨੇ। ਨਾਓ ਇੱਕ ਬਹੁਤ ਮੇਜਰ ਲੈਵਲ 'ਤੇ ਕੁਐਸਚਨ ਜੋ ਸਾਡੇ ਮਨ ਵਿੱਚ ਉੱਠ ਕੇ ਆਉਂਦਾ ਉਹ ਇਹੀ ਹੈ ਕਿ ਆਰ ਸਕੂਲਸ ਇਮਿਊਨ ਟੂ ਡਿਜ਼ਾਸਟਰ। ਕੀ ਸਾਨੂੰ ਲੱਗਦਾ ਕਿ ਅਸੀਂ ਕੋਈ ਟੀਕੇ ਲਗਾਏ ਹੋਏ ਆ ਆਪਣੇ ਸਕੂਲ ਨੂੰ ਕਿ ਉਹਨੂੰ ਡਿਜ਼ਾਸਟਰ ਨਾਲ ਪ੍ਰਭਾਵਿਤ ਨਹੀਂ ਹੋਣਗੇ? ਅ ਕਲੀਅਰ ਆਨਸਰ ਇਜ਼ ਨੋ, ਆਰ ਸਕੂਲਸ ਆਰ ਨੋਟ ਇਮਿਊਨ ਟੂ ਡਿਜ਼ਾਸਟਰਸ। ਜੇ ਤੁਸੀਂ ਦੇਖੋਗੇ ਉੱਤਰਾਖੰਡ ਵਿੱਚ ਜਦੋਂ ਫਲੱਡਸ ਆਏ, ਰਾਈਟ, ਉੱਤਰਾਖੰਡ ਦੇ ਫਲੱਡਸ ਰੀਸੈਂਟ ਡਿਜ਼ਾਸਟਰ ਹੈ ਜੋ ਸਾਨੂੰ ਸਭ ਨੂੰ ਯਾਦ ਵੀ ਹੋਏਗਾ। ਉਸਦੇ ਵਿੱਚ 150,000 ਲੋਕਾਂ ਦੀ ਜਾਨ 150,000 ਲੋਕ ਸੀ ਜੋ ਉਸ ਨਾਲ ਪ੍ਰਭਾਵਿਤ ਹੋਏ ਸੀ, ਜਿਸ ਵਿੱਚ 65,000 ਵਰ ਚਿਲਡਰਨ। ਸੋ ਦੈਟ ਮੀਨਸ ਦੇ ਵਰ ਪੀਪਲ ਹੂ ਵਰ ਗੋਇੰਗ ਟੂ ਸਕੂਲਸ। ਤਾਂ 65,000 ਪੀਪਲ ਚਿਲਡਰਨ ਵਰ ਇਫੈਕਟਡ ਬਾਈ ਦੀ ਫਲੱਡਸ ਜੋ ਉੱਤਰਾਖੰਡ ਦੇ ਵਿੱਚ ਆਏ, ਰਾਈਟ। ਉਸੇ ਤਰ੍ਹਾਂ ਅਗੇਨ ਜਿਹੜੇ ਜਦੋਂ ਆਹ ਡਿਵਾਸਟਿੰਗ ਫਲੱਡਸ 2018 ਦੀ ਵੀ ਸਿਮਿਲਰ ਨਿਊਜ਼ ਹੈ ਜਿਸ ਦੇ ਵਿੱਚ ਦੇਵਰ 100 ਆਫ ਸਕੂਲਸ ਜਿਹੜੇ ਕਿ ਫਲੱਡਸ ਨਾਲ ਇਫੈਕਟ ਹੋਏ ਸੀ ਐਂਡ ਦੈਨ ਦੇ ਹੈਡ ਟੂ ਰੀਓਪਨ ਆਫਟਰ ਫਲੱਡਸ। ਐਂਡ ਜਦੋਂ ਫਲੱਡਸ ਪਰ ਰੀਓਪਨ ਹੁੰਦੇ ਨੇ ਓਬਵੀਅਸਲੀ ਜਿਹੜਾ ਸਕੂਲ ਹੈ ਉਹਦੀ ਬਿਲਡਿੰਗ ਵੀ ਇਫੈਕਟ ਹੋ ਜਾਂਦੀ ਹੈ, ਬੱਚਿਆਂ ਦਾ ਕਰੀਕੂਲਮ ਵੀ ਇਫੈਕਟ ਹੁੰਦਾ। ਜਿਵੇਂ ਸਪੋਜ਼ ਜੇ ਹੁਣ ਤੁਸੀਂ ਵੀ ਲਗਾਓ ਕਿ ਆਫਟਰ ਕੋਵਿਡ-19 ਜਦੋਂ ਆਪਾਂ ਸਕੂਲਸ ਦੇ ਵਿੱਚ ਵਾਪਸ ਆਵਾਂਗੇ, ਯੂਨੀਵਰਸਿਟੀਜ਼ ਵਿੱਚ ਵਾਪਸ ਆਵਾਂਗੇ, ਸੱਚ ਅ ਬਿਗ ਕਾਈਂਡ ਆਫ ਲੋਸ ਹੈ ਜੋ ਅਕੈਡਮਿਕ ਲੈਵਲ 'ਤੇ ਸਾਡਾ ਹੋ ਰੱਖਿਆ ਹੈ। ਬਟ ਇੱਥੇ ਸਿਰਫ ਅਸੀਂ ਇਹ ਕਹਿ ਸਕਦੇ ਇਟ ਇਜ਼ ਆਰ ਅਕੈਡਮਿਕ ਲੋਸ। ਜੇ ਸਾਡੀਆਂ ਬਿਲਡਿੰਗਸ ਨੂੰ ਵੀ ਲੋਸ ਹੋ ਜਾਏ, ਫਿਜ਼ੀਕਲ ਇਨਫਰਾਸਟਰਕਚਰਲ ਲੋਸ ਵੀ ਹੋ ਜਾਏ, ਉੱਥੇ ਦੈਨ ਯੂ ਹੈਵ ਅ ਹਿਊਜ ਬਰਡਨ ਔਨ ਯੋਰ ਸ਼ੋਲਡਰ ਐਜ਼ ਅ ਟੀਚਰ ਔਰ ਐਜ਼ ਐਨ ਐਡਮਿਨਿਸਟ੍ਰੇਟਰ, ਰਾਈਟ। ਉਸੇ ਤਰ੍ਹਾਂ ਇੱਕ CBSE ਦੇ ਵਿੱਚ ਟੈਕਸਟ ਬੁੱਕ ਦਾ ਇੱਕ ਕਪਲੇਟ ਹੈ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਸੀ। ਵੀਲ ਗੋ ਥਰੂ ਦਿਸ ਨਿਊਜ਼। The fire of sustenance turned into a mass prayer for children between the age of 7 and 9, with at least 93 getting charred to death, trapped in their blazing thatched roof classroom in Saraswati Primary School. So ਜੇ ਤੁਸੀਂ ਧਿਆਨ ਨਾਲ ਇਹਨੂੰ ਪੜ੍ਹਿਆ ਹੋਣਾ, ਕੀ ਕਹਿੰਦੇ ਕਿ ਸਰਸਵਤੀ there was a school which is Saraswati Primary School,
उस प्राइमरी स्कूल की जी रूफ सी क्योंकि वह जलन वाले हिस्से की बनी हुई सी उसनू अग लग जान कारण 93 चिल्ड्रन उस स्कूल दे उस अग विच जल गए राइट सो जिस करके देवर burned alive because the roof of their classroom catched fire. The fire started in the kitchen on the ground floor when the midday meal was being cooked for children. Firefighters said that victims stood no chance of survival as the blazing thatched roof collapsed on the trapped children. The terrible tragedy not only jolted the pilgrim town of Kumbankonam in Tamil Nadu but the entire nation. So एक मिड डे मील जिथे किचन ਦੇ ਵਿੱਚ ਬੰਦ ਹੈ ਮਿਡ ਡੇ ਮੀਲ 'ਚ ਲੱਗੀ ਅੱਗ ਜਦੋਂ ਸਕੂਲ 'ਚ ਫੈਲ ਗਈ ਐਂਡ ਕਿਉਂਕਿ ਸਕੂਲ ਦੀ ਉੱਪਰਲੀ ਬਿਲਡਿੰਗ ਕੱਚੀ ਸੀ ਜਾਂ ਉਹ ਸਟਰॉ ਦੀ ਬਣੀ ਹੋਈ ਸੀ ਜੋ ਅੱਗ ਨੂੰ ਫੜ ਸਕਦਾ ਸੀ ਤਾਂ ਜਦੋਂ ਉਹ ਅੱਗ ਲੱਗਣ ਨਾਲ ਉਹ ਬੱਚਿਆਂ ਦੇ ਉੱਤੇ ਗਿਰ ਗਈ ਸੋ ਦੋਸ 93 ਚਿਲਡਰਨ ਹੈਡ ਨੋ ਚਾਂਸ ਆਪਣੇ ਆਪ ਨੂੰ ਬਚਾਉਣ ਦਾ ਇਸ ਲਈ ਇਫ ਯੂ ਰਿਮੈਂਬਰ ਇਨ ਦ ਪ੍ਰੀਵੀਅਸ ਟੋਪਿਕ ਵੀ ਡਿਸਕਸਡ ਕਿ ਜੋ CBSE ਦਾ ਮੈਨੂਅਲ ਹੈ ਉਹ ਕਹਿੰਦਾ ਕਿ ਸਕੂਲ ਦੀਆਂ ਛੱਤਾਂ ਪੱਕੇ ਮਟੀਰੀਅਲ ਦੀਆਂ ਬਣੀਆਂ ਹੋਣੀਆਂ ਚਾਹੀਦੀਆਂ RCC ਰੂਫਿੰਗ ਜਾਂ ਜੇ ਤੁਸੀਂ RCC ਰੂਫਿੰਗ ਨਹੀਂ ਕਰਵਾ ਸਕਦੇ ਦੈਨ ਯੂ ਨੀਡ ਟੂ ਕੀਪ ਦੈਟ ਇਨ ਮਾਈਂਡ ਕਿ ਉੱਥੇ ਅੱਗ ਲੱਗਣ ਵਾਲੀ ਚੀਜ਼ ਨਹੀਂ ਲਗਾਉਣੀ ਕੋਈ ਨਾਓ ਸੀ ਇਫ ਵੀ ਗੋ ਫਰਦਰ ਇਨਟੂ ਦਿਸ ਜਦੋਂ ਇਸ ਦੀ ਇਨਕੁਆਇਰੀ ਹੋਈ ਜਦੋਂ ਐਨਾਲਿਸਿਸ ਹੋਇਆ ਲੋਕਲ ਅਥਾਰਟੀਜ਼ ਜਿਹੜੀਆਂ ਕਿ ਉਸ ਸਾਈਟ 'ਤੇ ਪਹੁੰਚੀਆਂ they said that the school had no proper evacuation route so ਸਭ ਤੋਂ ਪਹਿਲਾਂ ਸਕੂਲ ਨੂੰ ਇਹ ਪਤਾ ਹੀ ਨਹੀਂ ਸੀਗਾ ਕਿ ਜੇ ਬਾਈ ਚਾਂਸ ਕੋਈ ਇਹੋ ਜਿਹੀ ਟ੍ਰੈਜਡੀ ਸਾਡੇ ਸਕੂਲ ਵਿੱਚ ਹੋ ਜਾਂਦੀ ਤਾਂ ਸਕੂਲ ਨੂੰ ਖਾਲੀ ਕਿਵੇਂ ਕਰਨਾ ਇਵੈਕੂਏਸ਼ਨ ਦਾ ਮਤਲਬ ਹੁੰਦਾ ਖਾਲੀ ਕਰਨਾ ਸੋ ਸਕੂਲ ਦੇ ਕੋਲ ਕੋਈ ਵੀ ਇਵੈਕੂਏਸ਼ਨ ਪਲਾਨ ਤਿਆਰ ਕੀਤਾ ਹੋਇਆ ਨਹੀਂ ਸੀ ਕੋਈ ਫਾਇਰ ਸੇਫਟੀ ਮੇਜਰ ਨਹੀਂ ਸੀਗੇ ਸੋ ਕੋਈ ਫਾਇਰ ਐਕਸਟਿੰਗੁਇਸ਼ਰਸ ਨਹੀਂ ਸੀ ਪਾਣੀ ਦਾ ਟੈਂਕਸ ਨਹੀਂ ਸੀ due to lack of awareness क्योंकि awareness नहीं सी among the teachers staff and the children present many precious lives were lost just because उन्होंने कोई training नहीं सी जे teachers ਨੂੰ ਜਾਂ ਬੱਚਿਆਂ ਨੂੰ ਕੋਈ ਥੋੜੀ ਬਹੁਤ training ਹੁੰਦੀ ਤਾਂ ਸ਼ਾਇਦ ਉਹ ਆਪਣੇ ਆਪ ਨੂੰ ਬਚਾ ਲੈਂਦੇ but because there was no training they couldn't save each other ਲੋਕਲ ਹਸਪੀਟਲ ਸੀ ਹੁਣ ਦੂਜੀ ਗੱਲ ਦੇਖੋ ਪਹਿਲਾਂ ਤਾਂ ਸਾਡੇ ਸਕੂਲ ਦੇ ਕੋਲ ਵੀ ਕੋਈ ਉਹ ਨਹੀਂ ਸੀਗਾ ਦੈਨ ਸੈਕਿੰਡ ਇਫ ਵੀ ਟਾਕ ਆਫ ਦੀ ਲੋਕਲ ਹਸਪੀਟਲ the local hospital lacked the facilities to cope up with huge number of burned victims and the school children too were not trained in the first aid so ਨਾ ਤਾਂ ਸਕੂਲ ਕੋਲ ਇਹ ਸੁਵਿਧਾ ਸੀ ਕਿ ਜੇ 93 ਤਾਂ ਜੋ ਸਟੂਡੈਂਟਸ ਇਫੈਕਟ ਹੋਏ ਜਾਂ ਦਿਸ ਹਿਊਜ ਨੰਬਰ ਆਫ ਸਟੂਡੈਂਟਸ ਜੋ ਫਾਇਰ ਟ੍ਰੈਜਡੀ ਨਾਲ ਇਫੈਕਟ ਹੋ ਗਏ ਉਹਨਾਂ ਦਾ ਇਲਾਜ ਕਰਨ ਲਈ ਜਿਹੜਾ ਲੋਕਲ ਹਸਪੀਟਲ ਸੀ ਉਹਦੇ ਕੋਲ ਸੁਵਿਧਾ ਹੀ ਨਹੀਂ ਸੀ ਐਂਡ ਦੈਨ ਦ ਚਿਲਡਰਨ ਵਰ ਨਾਟ ਟ੍ਰੇਨਡ ਇਨ ਫਰਸਟ ਏਡ ਰਾਈਟ ਸੋ ਨੋ ਇਨੀਸ਼ੀਏਟਿਵ ਵਾਸ ਟੇਕਨ ਬਾਈ ਦੀ ਅਥਾਰਟੀਜ਼ to review the structural safety of the school functioning in this house so school authorities ਵੱਲੋਂ ਵੀ ਆਪਣੇ ਸਕੂਲ ਦੀ ਬਿਲਡਿੰਗ ਦੀ structural safety ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਸੀ now we need to have a serious question to answer then who is responsible for this who was responsible end of the day it were the children who lost their life but ਉਹਦੀ responsibility ਕਿਹਦੇ ਤੇ ਸੀਗੀ no one could take the responsibility right so ਇਸ ਕਰਕੇ we need this is how why we say ਕਿ this is very seriously ਕਿ ਜੋ ਸਾਨੂੰ ਇਸ ਪ੍ਰੋਬਲਮ ਨੂੰ ਐਡਰੈਸ ਕਰਨ ਦੀ ਲੋੜ ਹੈ now then what you can do the first part ਕੀ ਹੈ ਕਿ disaster management has been made part of the curriculum ਜਿਵੇਂ ਪਿੱਛੇ ਕਿਹਾ ਵੀ ਬੱਚਿਆਂ ਨੂੰ ਕੋਈ ਟ੍ਰੇਨਿੰਗ ਨਹੀਂ ਸੀਗੀ ਸੋ we need to address this is CBSE ਦੇ ਵਿੱਚ ਬੁੱਕਸ ਹੈ ਕੁਛ ਜੋ ਤੁਸੀਂ ਦੇਖਿਆ CBSE ਵਿੱਚ ਵੀ ਜਾਂ even ਪੰਜਾਬ ਸਕੂਲ ਐਜੂਕੇਸ਼ਨ ਬੋਰਡ every board which it has been made compulsory ਕਿ disaster management ਬਾਰੇ ਬੱਚਿਆਂ ਨੂੰ ਪੜ੍ਹਾਇਆ ਜਾਏਗਾ in geography now the ਜੋ book ਹੈ disaster management ਦੀ what it talks about Class 8 to Class 9 textbooks on disaster management towards a safer India, Part 1 and 2 discuss various precautionary measures that one needs to take to get oneself prepared from the various hazards prevalent in our country. So ਸਭ ਤੋਂ ਪਹਿਲਾਂ ਤਾਂ ਅਸੀਂ ਕੀ ਸਿਖਾਵਾਂਗੇ ਇਹਨਾਂ ਟੈਕਸਟ ਬੁੱਕਸ ਵਿੱਚ precautionary measures ਆਪਣੇ ਆਪ ਨੂੰ ਬਚਾਉਣਾ ਕਿਵੇਂ They also focus on the various structural and non-structural measures that we need to take to combat such disasters ਠੀਕ ਹੈ ਸੋ ਸਕੂਲੀ ਇਮਾਰਤਾਂ ਨੂੰ ਲੈ ਕੇ ਜਾਂ ਨੋਨ ਸਟਰਕਚਰਲ ਲੈਵਲ 'ਤੇ ਲੈ ਕੇ ਜਿਵੇਂ ਆਪਾਂ ਕਹੀਏ ਕਿ ਸਾਡੇ ਫਰਨੀਚਰ ਦੀ ਪਲੇਸਮੈਂਟ ਕਿਸ ਤਰ੍ਹਾਂ ਹੋਏਗੀ ਸਾਨੂੰ ਕੀ ਪ੍ਰਬੰਧ ਕਰਨ ਦੀ ਲੋੜ ਹੈ ਸੋ ਦੈਟ ਅਸੀਂ ਡਿਜ਼ਾਸਟਰਸ ਨੂੰ ਆਪਣੇ ਸਕੂਲ ਵਿੱਚ ਘਟਾ ਸਕੀਏ ਉਸ ਚੀਜ਼ ਬਾਰੇ ਵੀ ਜਾਣਕਾਰੀ ਦੇਵਾਂਗੇ ਦੈਨ ਕਲਾਸ 10th ਦੀ ਜਿਹੜੀ ਟੈਕਸਟ ਬੁੱਕ ਹੈ ਵਿਚ ਏਮਸ ਐਟ ਹੈਵਿੰਗ ਅ ਪ੍ਰੈਕਟੀਕਲ ਅੰਡਰਸਟੈਂਡਿੰਗ ਆਫ ਮੈਨੇਜਿੰਗ ਡੈਜ਼ਰਟ ਸੋ 8th ਤੋਂ ਲੈ ਕੇ 10th ਤੱਕ ਦੋ ਕਲਾਸਾਂ 'ਚ 8th ਐਂਡ 9th ਵਿੱਚ ਥਿਓਰੈਟੀਕਲ ਦਿੱਤੀ ਜਾਏਗੀ ਓਰੀਐਂਟੇਸ਼ਨ 10th ਦੇ ਵਿੱਚ ਪ੍ਰੈਕਟੀਕਲੀ ਕਿਸ ਤਰ੍ਹਾਂ ਤੁਸੀਂ ਡਿਜ਼ਾਸਟਰਸ ਨੂੰ ਮੈਨੇਜ ਕਰ ਸਕਦੇ ਹੋ ਉਸ ਬਾਰੇ ਦੱਸਿਆ ਜਾਊਗਾ ਦੈਨ ਆਫਟਰਮੈਥ ਆਫ ਦ ਟ੍ਰੈਜਿਕ ਸੁਨਾਮੀ ਹੈਜ਼ ਪ੍ਰੋਂਪਟਡ ਦੀ ਬੋਰਡ ਸੋ ਜਦੋਂ ਸੁਨਾਮੀ ਤੋਂ ਬਾਅਦ
बोर्ड ਨੂੰ ਇਸ ਚੀਜ਼ ਲਈ ਪ੍ਰੋਂਪਟ ਕੀਤਾ ਗਿਆ ਜਾਂ ਬੋਰਡ ਨੂੰ ਲੱਗਿਆ ਕਿ ਵੀ ਸ਼ੁੱਡ ਟਾਕ ਅਬਾਊਟ ਡਿਜ਼ਾਸਟਰਸ ਇਨ ਆਰ ਕਰਿਕੂਲਮ ਸੋ ਦਿਸ ਵਾਸ why this was included and certain material and extensions were given to students during their learning so that ਅਸੀਂ ਇਸ ਨੂੰ disasters ਦੇ level ਤੇ at least basic knowledge ਆਪਣੇ ਬੱਚਿਆਂ ਨੂੰ ਦੇ ਸਕੀਏ so this is first thing we can do that is we can make this as part of our curriculum ਹੁਣ curriculum ਵਿੱਚ ਫਿਰ ਤੁਸੀਂ ਕੀ ਪੜ੍ਹਾਉਣਾ ਹੈ what why and of every disaster ਫਲੱਡਸ ਕੀ ਹੁੰਦੇ ਨੇ ਅਤੇ ਕਿਉਂ ਆਉਂਦੇ ਨੇ ਇਹ ਸਭ ਨੂੰ ਦੱਸਣਾ ਹਾਊ ਟੂ ਪ੍ਰੋਟੈਕਟ ਵਨ ਸੈਲਫ ਜੇ ਫਲੱਡਸ ਆ ਜਾਣਗੇ ਤੁਸੀਂ ਆਪਣੇ ਆਪ ਨੂੰ ਬਚਾਉਣਾ ਕਿਵੇਂ ਫਿਰ ਕੁਝ ਕੇਸ ਸਟੱਡੀਜ਼ ਜਿਵੇਂ ਆਪਾਂ ਪਿੱਛੇ ਗੱਲ ਕਰੀ ਸੀਗੀ ਕਿ ਫਾਇਰ ਲੱਗ ਗਈ ਉਸ ਸਕੂਲ ਵਿੱਚ ਇਸ ਤਰ੍ਹਾਂ ਦੀਆਂ ਕੁਝ ਕੇਸ ਸਟੱਡੀਜ਼ ਹੈ ਜੋ ਪ੍ਰੈਜ਼ੈਂਟ ਕੀਤੀਆਂ ਜਾਣ ਅਤੇ ਬੱਚੇ ਉਸ 'ਤੇ ਰਿਫਲੈਕਟ ਕਰਨ ਸੋਚਣ ਐਟਲੀਸਟ ਦੇ ਸ਼ੁੱਡ ਥਿੰਕ ਰਾਈਟ ਐਂਡ ਵਾਟ ਟੂ ਡੂ ਆਫਟਰ ਡਿਜ਼ਾਸਟਰ ਇਹ ਵੀ ਬਹੁਤ ਇੰਪੋਰਟੈਂਟ ਹੋ ਜਾਂਦਾ ਕਿ ਅੱਗ ਲੱਗ ਗਈ ਤਾਂ ਅਲੱਗ ਇਸ਼ੂ ਹੈ ਆਪਾਂ ਨੇ ਅੱਗੇ ਜਾ ਕੇ ਕਰਾਂਗੇ ਕਿ ਅਸੀਂ 3 ਲੈਵਲ ਪਲੈਨਿੰਗ ਕਰਦੇ ਹਾਂ ਡਿਜ਼ਾਸਟਰਸ ਵਿੱਚ ਵੀ ਪਹਿਲਾਂ ਤਾਂ ਲੱਗੇ ਹੀ ਨਾ ਬਟ ਜੇ ਲੱਗ ਜੇਗੀ ਤਾਂ ਉਸ ਤੋਂ ਬਾਅਦ ਅਸੀਂ ਕੀ ਕਰਨਾ ਐਂਡ ਦੈਨ ਅਸੀਂ ਅਵੇਅਰਨੈਸ ਕਿਵੇਂ ਕ੍ਰੀਏਟ ਕਰ ਸਕਦੇ ਹਾਂ ਆਮ ਪਬਲਿਕ ਦੇ ਵਿੱਚ ਇਹਨਾਂ ਡਿਜ਼ਾਸਟਰਸ ਤੋਂ ਆਪਣੇ ਆਪ ਨੂੰ ਬਚਾਉਣ ਲਈ ਸੋ ਅਸੀਂ ਇਹ ਚੀਜ਼ਾਂ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰਨੀ ਹੈ ਇਨ ਦੇਅਰ ਸਿਲੇਬਸ ਉਸ ਤੋਂ ਇਲਾਵਾ ਸੈਕਿੰਡ ਕੀ ਕਰਨਾ ਹੈ ਡਿਵੈਲਪ ਸਰਵਾਈਵਲ ਸਕਿੱਲਸ ਆਪਣੇ ਆਪ ਨੂੰ ਬਚਾਉਣ ਦੇ ਹੁਨਰ ਵੀ ਡਿਵੈਲਪ ਕਰੋ ਸੋ NCC NSS ਵੋਲੰਟੀਅਰਸ ਨੂੰ ਟ੍ਰੇਨ ਕਰੋ ਕਿਉਂਕਿ ਅਗੇਨ ਜਦੋਂ ਉੜੀਸਾ ਦੇ ਵਿੱਚ ਸੁਪਰ ਸਾਈਕਲੋਨ ਆਇਆ 1999 ਵਿੱਚ ਉੱਥੇ NCC NSS ਵੋਲੰਟੀਅਰਸ ਨੇ ਬਹੁਤ ਵੱਡਾ ਰੋਲ ਪਲੇ ਕੀਤਾ ਇਨ ਦੀ ਸਰਵਿਸਿਜ਼ ਜੋ ਅੱਜ ਕੋਵਿਡ ਵਿੱਚ ਵੀ NSS ਵੋਲੰਟੀਅਰਸ NCC ਵੋਲੰਟੀਅਰਸ ਹੈਵ ਬੀਨ ਇਨਵੋਲਵਡ ਸੋ ਵੀ ਕੈਨ ਟ੍ਰੇਨ ਦੋਜ਼ NSS NCC ਵੋਲੰਟੀਅਰਸ ਸਕਾਊਟਸ ਐਂਡ ਗਾਈਡਸ ਵਾਲਿਆਂ ਨੂੰ ਟੂ ਇਨ ਸਰਵਾਈਵਲ ਸਕਿੱਲਸ ਕਿਸ ਤਰ੍ਹਾਂ ਉਹ ਆਪਣੇ ਆਪ ਨੂੰ ਵੀ ਬਚਾਉਣ ਅਤੇ ਆਪਣੇ ਸਕੂਲ ਦੇ ਬੱਚਿਆਂ ਨੂੰ ਵੀ ਬਚਾ ਸਕਣ ਉਸ ਤੋਂ ਇਲਾਵਾ ਹਰ ਸਕੂਲ ਵਿੱਚ ਬੱਚੇ ਨੂੰ ਫਸਟ ਏਡ ਦੀ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ ਜਿਸ ਵਿੱਚ ਥੀਸ ਆਰ ਫਿਊ ਪ੍ਰਿੰਸੀਪਲਸ ਜੋ ਆਪਾਂ ਨੂੰ ਸਿਖਾਉਣੇ ਹੈ ਫਸਟ D ਇਟ ਹੈਜ਼ ਟੂ ਬੀ ਡਰੈਬ ਸੀ ਅਪਰੋਚ D ਚੈੱਕ ਫॉर ਡੇਂਜਰ ਕੀ ਚੀਜ਼ ਡੇਂਜਰ ਕਰ ਸਕਦੀ ਹੈ ਉਹ ਪਤਾ ਹੋਣਾ ਚਾਹੀਦਾ ਹੈ ਚੈੱਕ ਫॉर ਰਿਸਪੌਂਸ ਕਿ ਜੇ ਕੋਈ ਸਪੋਜ਼ ਕਿਸੇ ਬੰਦੇ ਨੂੰ ਕੁਛ ਇੰਸੀਡੈਂਟ ਹੋ ਗਿਆ ਕਿ ਉਹ ਰਿਸਪੌਂਡ ਕਰ ਰਿਹਾ ਚੈੱਕ ਫॉर ਏਅਰਵੇ ਕਿ ਉਸਨੂੰ ਸਾਹ ਆ ਰਿਹਾ ਸਭ ਤੋਂ ਪਹਿਲੀ ਚੀਜ਼ ਜੋ ਆਪਾਂ ਦੇਖਣੀ ਕਿ ਸਾਹ ਆ ਰਿਹਾ ਕਿਸ ਇਨਸਾਨ ਨੂੰ ਜੋ ਇਸ ਨਾਲ ਇਫੈਕਟ ਹੋਇਆ ਚੈੱਕ ਫॉर ਬਰੀਦਿੰਗ ਉਸਦੀ ਬਰੀਦਿੰਗ ਠੀਕ ਚੱਲ ਰਹੀ ਹੈ ਚੈੱਕ ਫॉर ਸਰਕੂਲੇਸ਼ਨ ਕਿ ਉਸਦੇ ਹੱਥ ਪੈਰ ਠੰਡੇ ਤਾਂ ਨਹੀਂ ਹੋ ਰਹੇ ਬਲੱਡ ਸਰਕੂਲੇਸ਼ਨ ਨੋਰਮਲ ਚੱਲ ਰਹੀ ਸੋ ਇਹ ਫਸਟ ਏਡ ਟ੍ਰੇਨਿੰਗ ਜੋ ਇਹ 5 ਆਸਪੈਕਟਸ ਦਿੱਤੀ ਜਾਵੇ ਕਿ ਡੇਂਜਰਸ ਨੂੰ ਕਿਵੇਂ ਪਹਿਚਾਨਣਾ ਹੈ ਰਿਸਪੌਂਸਿਸ ਨੂੰ ਕਿਵੇਂ ਪਹਿਚਾਨਣਾ ਹੈ ਕੀ ਸਾਡੀ ਰਿਸਪੌਂਸ ਹੋਣੀ ਚਾਹੀਦੀ ਹੈ ਏਅਰਵੇ ਹਵਾ ਆਉਂਦੀ ਰਹੇ ਬਰੀਦਿੰਗ ਸਾਹ ਬੰਦੇ ਦਾ ਆਪਣਾ ਚੱਲਦਾ ਰਹੇ ਐਂਡ ਸਰਕੂਲੇਸ਼ਨ ਬਲੱਡ ਦੀ ਠੀਕ ਰਹੇ ਰਾਈਟ ਦੈਨ ਟੀਚ ਇੱਕ ਹੋਰ ਫੋਰਥ ਕੀ ਸਿਖਾਉਣਾ ਉਹਨਾਂ ਨੂੰ ਆਪਾਂ ਆਲਟਰਨੇਟਿਵ ਸਿਸਟਮਸ ਆਫ ਕਮਿਊਨੀਕੇਸ਼ਨ ਜਿਵੇਂ ਨੋਰਮਲੀ ਕੀ ਹੁੰਦਾ ਕਿ ਵੈਨ ਐਨੀ ਕਾਈਂਡ ਆਫ ਡਿਜ਼ਾਸਟਰ ਸਟਰਾਈਕਸ ਤਾਂ ਸਭ ਤੋਂ ਪਹਿਲਾਂ ਜਿਹੜੇ ਨੋਰਮਲ ਤੁਹਾਡੇ ਲੈਂਡਲਾਈਨ ਫੋਨਸ ਹੈ ਜਿਵੇਂ ਸਪੋਜ਼ ਜੇ ਫਲੱਡਸ ਆ ਗਏ ਤਾਂ ਉਹ ਚੱਲਣੇ ਬੰਦ ਹੋ ਜਾਣਗੇ ਸੋ ਵਾਟ ਵਿਲ ਬੀ ਐਨ ਆਲਟਰਨੇਟਿਵ ਸੋਰਸ ਆਫ ਕਮਿਊਨੀਕੇਸ਼ਨ ਤੁਸੀਂ ਕਿਵੇਂ ਜਿਵੇਂ ਸੈਟਲਾਈਟ ਟੈਲੀਫੋਨਸ ਨਾਲ ਜਾਂ ਅਦਰਵਾਈਜ਼ ਤੁਸੀਂ ਕਿਸ ਤਰ੍ਹਾਂ ਕਮਿਊਨੀਕੇਟ ਕਰੋਗੇ ਐਂਡ ਦੈਨ ਸਾਡੀਆਂ ਕੀ ਸੇਫ ਕੰਸਟਰਕਸ਼ਨ ਪ੍ਰੈਕਟਿਸਿਸ ਕੀ ਨੇ ਘਰ ਜਦੋਂ ਬਣਨੇ ਹੈ ਉਦੋਂ ਕਿਸ ਤਰ੍ਹਾਂ ਬਣਨੇ ਚਾਹੀਦੇ ਕਿੰਨਾ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਸੋ ਦੈਟ ਅਸੀਂ ਆਪਣੇ ਆਪ ਨੂੰ ਡਿਜ਼ਾਸਟਰਸ ਤੋਂ ਬਚਾ ਸਕੀਏ ਰਾਈਟ ਸੋ ਸਭ ਤੋਂ ਇੰਪੋਰਟੈਂਟ ਚੀਜ਼ ਜੋ ਆਪਾਂ ਸਿਖਾਉਣੀ ਹੈ ਬੱਚਿਆਂ ਨੂੰ ਕੀ ਹੈ ਕਿ ਬੀ ਬਰੇਵ ਐਂਡ ਸਟੇ ਕਾਮ ਆਪ ਹੀ ਨਹੀਂ ਘਬਰਾ ਜਾਣਾ ਦੂਜਿਆਂ ਨੂੰ ਬਚਾਉਣ ਲਈ ਸੋ ਵੀ ਨੀਡ ਟੂ ਬੀ ਬਰੇਵ ਐਂਡ ਵੀ ਨੀਡ ਟੂ ਬੀ ਕਾਮ Now this is the disaster management plan. We'll discuss the disaster management plan in the next slide. We will discuss about disaster management plan. Disaster management plan ਜਦੋਂ ਵੀ ਤਿਆਰ ਕੀਤਾ ਜਾਂਦਾ ਉਹਦੀ 3 stages ਹੈ ਫਸਟ ਸਟੇਜ ਇਜ਼ ਪ੍ਰੀਪੇਅਰਡਨੈਸ ਦਾ ਮਤਲਬ ਹੈ ਤੋਂ ਭਾਵ ਹੈ ਕਿ ਅਸੀਂ ਤਿਆਰੀ ਕਰਨਾ ਜਿਵੇਂ ਤੁਸੀਂ ਡਿਜ਼ਾਸਟਰ ਹੋਵੇ ਹੀ ਨਾ ਜਿਵੇਂ ਸਪੋਜ਼ ਜੇ ਆਪਾਂ ਕਹੀਏ ਇਹ ਡਿਜ਼ਾਸਟਰ ਹੈ ਇਸ ਤੋਂ ਪਹਿਲਾਂ ਆਪਾਂ ਕਰਾਂਗੇ ਪ੍ਰੀਪੇਅਰਡਨੈਸ ਫਿਰ ਡਿਜ਼ਾਸਟਰ ਹੋਣ 'ਤੇ ਸਾਡੀ ਕੰਮ ਆਉਂਦਾ ਰਿਸਪੌਂਸ ਦਾ ਡਿਜ਼ਾਸਟਰ ਹੋਣ ਤੋਂ ਬਾਅਦ ਸਾਡਾ ਕੰਮ ਆਉਂਦਾ ਰਿਕਵਰੀ ਦਾ ਰਾਈਟ ਸੋ 3 ਸਟੇਜਿਸ ਹੈ ਇੱਕ ਹੈ ਜਦੋਂ ਆਪਾਂ ਤਿਆਰੀ ਕਰਦੇ ਹਾਂ ਇੱਕ ਜਦੋਂ ਡਿਜ਼ਾਸਟਰ ਹੋ ਜਾਂਦਾ ਉਦੋਂ ਆਪਾਂ ਉਹਨੂੰ ਕੀ ਪ੍ਰਤੀਕਿਰਿਆ ਦਿੰਦੇ ਹਾਂ ਐਂਡ ਫਿਰ ਲਾਸਟ ਵਿੱਚ ਅਸੀਂ ਆਪਣੇ ਆਪ ਨੂੰ ਰਿਕਵਰ ਕਰਨ ਲਈ ਕੀ ਕਰਦੇ ਹਾਂ ਸਟੈਪਸ ਚੱਕਦੇ ਰਾਈਟ ਸੋ ਪ੍ਰੀਪੇਅਰਡਨੈਸ ਦੇ ਵਿੱਚ ਆਉਂਦਾ ਕਮਿਊਨੀਕੇਸ਼ਨ ਸੰਚਾਰ ਕਿਸ ਤਰ੍ਹਾਂ ਤੁਸੀਂ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰੀ ਕਿ ਡਿਜ਼ਾਸਟਰ ਦੇ ਵਿੱਚ ਜਿਹੜੀ ਕਮਿਊਨੀਕੇਸ਼ਨ ਹੈ ਮੈਨੀ ਟਾਈਮਸ ਉਹ ਡਿਸਟਰਪਟ ਹੋ ਜਾਂਦੀ ਹੈ ਨੋਰਮਲ ਤਾਂ ਸਾਡੇ ਕੋਲ ਕੀ ਕਮਿਊਨੀਕੇਸ਼ਨ ਦੇ ਸਾਧਨ ਹੋਣਗੇ ਫਿਰ ਮਲਟੀ ਸਟੇਜ ਕੋਆਰਡੀਨੇਸ਼ਨ ਜਿਵੇਂ ਸਪੋਜ਼ ਜੇ ਹੁਣ ਤੁਸੀਂ ਆਪਣੀ ਐਗਜ਼ਾਮਪਲ ਲਓ ਕੋਵਿਡ ਵਾਇਰਸ ਦੀ ਤਾਂ ਸੈਂਟਰ ਹੈ ਜਿਹੜਾ ਉਸਦੀ ਕੋਆਰਡੀਨੇਸ਼ਨ ਕਿਹਦੇ ਨਾਲ ਹੋ ਰਹੀ ਹੈ ਸਟੇਟਸ ਨਾਲ ਸਟੇਟਸ ਤੋਂ ਫਿਰ ਕਿੱਥੇ ਜਾ ਰਹੀ ਹੈ ਡਿਸਟ੍ਰਿਕਟਸ ਤੇ ਡਿਸਟ੍ਰਿਕਟਸ ਤੋਂ ਫਿਰ ਅੱਗੇ ਬਲੋਕਸ ਵਿੱਚ ਰਾਈਟ ਸੋ ਇੱਥੇ ਹੁਣ ਜੇ ਸੈਂਟਰ ਦੀ ਜੋ ਪੋਲਿਸੀ ਉਹ ਇੰਪਲੀਮੈਂਟ ਕਿੱਥੇ ਹੋਣੀ ਹੈ ਐਡੇ ਛੋਟੇ ਪੱਧਰ 'ਤੇ ਕਿਸੇ ਪਿੰਡ ਵਿੱਚ ਜਾਂ ਸ਼ਹਿਰ ਵਿੱਚ ਜਾ ਕੇ ਸੋ ਤੁਹਾਨੂੰ ਹਰ ਲੈਵਲ 'ਤੇ ਆਪਸ ਵਿੱਚ ਕੀ ਚਾਹੀਦਾ ਤਾਲਮੇਲ ਚਾਹੀਦਾ ਇਸ ਨੂੰ ਆਪਾਂ ਕਹਿੰਦੇ ਹਾਂ ਮਲਟੀ ਸਟੇਜ
ਕੋਆਰਡੀਨੇਸ਼ਨ, ਰਾਈਟ। ਸੋ ਜਦੋਂ ਸਾਡੀ ਜਿਹੜੀ ਕੋਆਰਡੀਨੇਸ਼ਨ ਕਿਸ ਤਰ੍ਹਾਂ ਹੋਏਗੀ ਕਿ ਅਸੀਂ ਵੱਖ-ਵੱਖ ਪੱਧਰ 'ਤੇ ਇੱਕ ਦੂਜੇ ਨਾਲ ਤਾਲਮੇਲ ਕਿਵੇਂ ਸਥਾਪਿਤ ਕਰਾਂਗੇ। ਡਿਜ਼ਾਸਟਰ ਮੈਨੇਜਮੈਂਟ ਕਮੇਟੀਜ਼ ਬਣਾਉਣਾ, ਆਪਾਂ ਅੱਗੇ ਜਾ ਕੇ ਡਿਟੇਲ 'ਚ ਕਰਾਂਗੇ ਵਾਟ ਇਜ਼ ਅ ਡਿਜ਼ਾਸਟਰ ਮੈਨੇਜਮੈਂਟ ਕਮੇਟੀ, ਪਰ ਇਹ ਪਹਿਲਾਂ ਬਣੀ ਹੋਏਗੀ ਓਬਵੀਅਸਲੀ, ਡਿਜ਼ਾਸਟਰ ਆਉਣ ਤੋਂ ਬਾਅਦ ਨਹੀਂ ਬਣਾਵਾਂਗੇ ਅਸੀਂ। ਡਿਜ਼ਾਸਟਰ ਮੈਨੇਜਮੈਂਟ ਕਮੇਟੀਜ਼ ਪਹਿਲਾਂ ਬਣਦੀਆਂ। ਐਮਰਜੈਂਸੀ ਵਾਰਨਿੰਗ ਕੰਡੀਸ਼ਨਸ, ਕਦੋਂ ਤੁਸੀਂ ਐਮਰਜੈਂਸੀ ਦੇ ਵਿੱਚ ਜਿਹੜੀਆਂ ਵਾਰਨਿੰਗ ਸਾਈਨਸ ਕੀ ਹੋਣਗੇ, ਕਦੋਂ ਸਾਨੂੰ ਪਤਾ ਲੱਗੂਗਾ ਕਿ ਨਾਓ ਯੂ ਨੀਡ ਟੂ ਵਰਕ ਔਨ ਯੂਅਰ ਐਮਰਜੈਂਸੀ ਸਰਵਿਸਿਜ਼ ਹੈਵ ਟੂ ਵਰਕ। ਇਵੈਕੂਏਸ਼ਨ ਪਲਾਨਸ ਕੀ ਹੋਣਗੇ, ਜੇ ਲੋੜ ਪੈ ਜੇ ਤਾਂ ਤੁਸੀਂ ਖਾਲੀ ਕਿਵੇਂ ਕਰਾਓਗੇ। ਜਿਵੇਂ ਜੇ ਤੁਸੀਂ ਦੇਖਿਆ ਹੋਏਗਾ ਜਦੋਂ ਫਲੱਡਸ ਆਉਂਦੇ ਨੇ ਜਾਂ ਜਿਹੜੇ ਪਿੰਡ ਨੇ ਉਹ ਜਦੋਂ ਇਹਨਾਂ ਦਰਿਆਵਾਂ ਦੇ ਕੰਢੇ ਹੁੰਦੇ ਨੇ ਜਾਂ ਨੇੜੇ ਹੁੰਦੇ ਉੱਥੇ ਅਨਾਊਂਸਮੈਂਟ ਕੀਤੀ ਜਾਂਦੀ, ਉਹਨੂੰ ਖਾਲੀ ਕਰਵਾਇਆ ਜਾਂਦਾ। ਉਹ ਇਵੈਕੂਏਸ਼ਨ ਪਲਾਨ ਕੀ ਹੋਊਗਾ, ਕਿੱਥੇ ਜਾਣਗੇ ਉਹ ਲੋਕ, ਕਿੱਥੇ ਵਸੋਂ ਕਰੋਗੇ ਤੁਸੀਂ, ਕਿੱਥੇ ਉਹਨਾਂ ਨੂੰ ਉਨੀ ਦੇਰ ਲਈ ਉਹ ਰੱਖੋਗੇ, ਕਦੋਂ ਇਵੈਕੂਏਸ਼ਨ ਪਲਾਨ ਸ਼ੁਰੂ ਕਰੋਗੇ, ਦੈਟ। ਦੈਨ ਰਿਕੁਇਜ਼ਿਟ ਸਪਲਾਈ ਆਫ ਇਕੁਇਪਮੈਂਟਸ, ਓਬਵੀਅਸਲੀ ਜੇ ਹੁਣ ਆਪਾਂ ਕਹਿੰਦੇ ਹਾਂ ਕੋਵਿਡ ਵਾਇਰਸ ਹੋ ਗਿਆ ਤਾਂ ਹੁਣ ਜੇ ਜਿਹੜੀ ਕਣਕ ਹੈ ਉਹ ਸਪਲਾਈ ਹੋ ਰਹੀ ਹੈ ਨਾ ਪੰਜਾਬ ਤੋਂ ਟੂ ਡਿਫਰੈਂਟ ਪਾਰਟਸ ਆਫ ਦੀ ਅਦਰ ਕੰਟਰੀ ਦੀਆਂ ਵੱਖ-ਵੱਖ ਹਿੱਸਿਆਂ ਵਿੱਚ, ਸੋ ਤੁਸੀਂ ਜਿਹੜੀ ਤੁਹਾਡੀ ਇਕੁਇਪਮੈਂਟਸ ਦੀ ਸਪਲਾਈ ਹੈ, ਲੋੜੀਂਦਾ ਇਕੁਇਪਮੈਂਟਸ ਦੀ, ਉਸ ਨੂੰ ਕਿਸ ਤਰ੍ਹਾਂ ਆਪਾਂ ਕੰਟਰੋਲ ਕਰਾਂਗੇ ਜਾਂ ਕਿਸ ਤਰ੍ਹਾਂ ਉਸਨੂੰ ਮੈਨੇਜ ਕਰਾਂਗੇ, ਰਾਈਟ। ਫਿਰ ਜੇ ਡਿਜ਼ਾਸਟਰ ਸਟਰਾਈਕ ਕਰ ਜੇ ਸਾਨੂੰ, ਉਦੋਂ ਸਾਡੀ ਆਉਂਦੀ ਹੈ ਰਿਸਪੌਂਸ। ਜਦੋਂ ਅਸੀਂ ਕੀ ਰਿਸਪੌਂਸ ਦੇਵਾਂਗੇ, ਉਹਦੇ ਲਈ ਤੁਹਾਨੂੰ ਕੁਛ ਟ੍ਰੇਨਡ ਪਰਸੋਨਲਸ ਰਿਕਰੂਟ ਕਰਨੇ ਪੈਂਦੇ ਨੇ। ਜਿਵੇਂ ਕੋਈ ਸਪੋਜ਼ ਸਪੈਸ਼ਲ ਆਪਣੇ ਕੋਲ ਡਿਜ਼ਾਸਟਰ ਮੈਨੇਜਮੈਂਟ ਫੋਰਸ ਵੀ ਹੈ ਆਪਣੀ। ਜਿਵੇਂ ਜਦੋਂ ਆਪਣੇ ਬੱਚੇ ਤੁਸੀਂ ਦੇਖਿਆ ਸੀ ਪਿੱਛੇ ਜਿਹੜੇ ਬੱਚੇ ਖੂਹ ਵਿੱਚ ਗਿਰ ਜਾਂਦੇ ਨੇ, ਉਸ ਟਾਈਮ ਜਿਹੜੀ ਆਪਣੇ ਕੋਲ ਸਪੈਸ਼ਲ ਟਾਸਕ ਫੋਰਸ ਹੈ ਜੋ ਆਪਣਾ ਕੰਮ ਕਰਦੀ, ਸੋ ਦੇ ਆਰ ਪੀਪਲ ਹੂ ਆਰ ਟ੍ਰੇਨਡ ਇਨ ਦੈਟ ਫੀਲਡ। ਸੋ ਉਸ ਤਰ੍ਹਾਂ ਆਪਣੇ ਕੋਲ ਕੁਛ ਟ੍ਰੇਨਡ ਲੋਕਾਂ ਦੀ, ਜਿਵੇਂ ਫਾਇਰ ਫਾਈਟਰਸ ਹੁੰਦੇ ਨੇ, ਫਾਇਰ ਫਾਈਟਰਸ ਰਿਕਰੂਟ ਕੀਤੇ ਜਾਂਦੇ ਨੇ ਨਾ, ਦੇ ਆਰ ਟ੍ਰੇਨਡ ਪਰਸੋਨਲਸ ਵੀ, ਜੇ ਅੱਗ ਲੱਗ ਜੇ ਤਾਂ ਉਸ ਦੇ ਟਾਈਮ ਉਹ ਆਪਣੀ ਉੱਥੇ ਆਪਾਂ ਨੂੰ ਹੈਲਪ ਕਰਨਗੇ। ਫਿਰ ਕੁਛ ਕੋਰ ਐਮਰਜੈਂਸੀ ਸਰਵਿਸਿਜ਼ ਜਿਵੇਂ ਫਾਇਰ ਫਾਈਟਰਸ, ਪੁਲਿਸ, ਐਂਬੂਲੈਂਸ, ਇਹਨਾਂ ਦੀਆਂ। ਐਂਡ ਦੈਨ ਯੂ ਹੈਵ ਸੈਕੰਡਰੀ ਐਮਰਜੈਂਸੀ ਸਰਵਿਸਿਜ਼ ਜੋ ਰਿਕਵਰੀ ਵਿੱਚ ਸਾਨੂੰ ਹੈਲਪ ਕਰਨਗੀਆਂ, ਰਾਈਟ। ਥਰਡ ਸਟੇਜ ਹੋ ਜਾਂਦੀ ਹੈ ਰਿਕਵਰੀ। ਹੁਣ ਜਿਵੇਂ ਡਿਜ਼ਾਸਟਰ ਹੋਣ ਤੋਂ ਬਾਅਦ ਜਿਹੜਾ ਇਨਫਰਾਸਟਰਕਚਰ ਉਹਦਾ ਨੁਕਸਾਨ ਹੋ ਜਾਂਦਾ, ਸੋ ਯੂ ਹੈਵ ਟੂ ਰੀਬਿਲਡ ਦੀ ਇਨਫਰਾਸਟਰਕਚਰ। ਤੁਹਾਨੂੰ ਦੁਬਾਰਾ ਪਿੰਡ ਹੈ ਜਿਹੜਾ ਵਸਾਉਣੇ ਪੈਂਦੇ ਨੇ, ਕਿ ਘਰ ਦੁਬਾਰਾ ਨਿਰਮਾਣ ਕਰਕੇ ਸਰਕਾਰਾਂ ਨੂੰ ਦੇਣੇ ਪੈਂਦੇ ਨੇ, ਸੋ ਉਹ ਚੀਜ਼ ਰਿਕਵਰੀ ਦੇ ਅੰਡਰ ਆਏਗੀ। ਫਿਰ ਰੀਇੰਪਲੋਇਮੈਂਟ, ਜੇ ਸਪੋਜ਼ ਆਪਾਂ ਕਹਿੰਦੇ ਹਾਂ ਕਿ ਜੇ ਪਿੰਡ ਇੱਕ ਤੋਂ ਲੋਕ ਉੱਜੜ ਕੇ ਦੂਜੇ ਪਿੰਡ ਚਲੇ ਗਏ ਤਾਂ ਹੁਣ ਉਹਨਾਂ ਨੂੰ ਇੱਥੇ ਦੂਜੇ ਪਿੰਡ ਵਿੱਚ ਰੀਇੰਪਲੋਇਮੈਂਟ ਦੀ ਵੀ ਲੋੜ ਪਊਗੀ, ਦੁਬਾਰਾ ਨੌਕਰੀਆਂ ਦੀ ਲੋੜ ਪਏਗੀ, ਦੈਟ। ਐਂਡ ਦੈਨ ਰਿਪੇਅਰ ਐਂਡ ਰੀਸਟੋਰੇਸ਼ਨ ਸਰਵਿਸਿਜ਼, ਕੁਛ ਹੱਦ 'ਤੇ ਤੁਹਾਨੂੰ ਕੋਈ ਰਿਪੇਅਰ ਕਰਨ ਲਈ, ਚਾਹੇ ਘਰਾਂ ਦੀ, ਇਮਾਰਤਾਂ ਦੀ, ਦੈਨ ਉਹਨੂੰ ਦੁਬਾਰਾ ਪਹਿਲੀ ਸਥਿਤੀ ਵਿੱਚ ਲੈ ਕੇ ਆਉਣ ਦੀ ਜੋ ਸਾਨੂੰ ਲੋੜ ਹੈ, ਉਹ ਆਪਾਂ ਰਿਕਵਰੀ ਵਿੱਚ ਲੈ ਲੈਂਦੇ ਹਾਂ, ਰਾਈਟ। ਸੋ ਦੀਜ਼ ਆਰ 3 ਸਟੇਜਿਸ ਜਿੱਥੇ ਆਪਾਂ ਡਿਜ਼ਾਸਟਰ ਮੈਨੇਜਮੈਂਟ ਦੀ ਯੋਜਨਾਬੰਦੀ ਨੂੰ ਕਰਦੇ ਹਾਂ। ਸੋ ਜਿਸ ਦੇ ਵਿੱਚ ਜਿਵੇਂ ਸਪੋਜ਼ ਜੇ ਆਪਾਂ ਗੱਲ ਕਰੀਏ ਸਕੂਲ ਦੇ ਵਿੱਚ, ਜਦੋਂ ਆਪਾਂ ਡਿਜ਼ਾਸਟਰ ਮੈਨੇਜਮੈਂਟ ਦੀ ਗੱਲ ਕਰਦੇ ਹਾਂ ਨਾ, ਸਕੂਲ ਦੇ ਵਿੱਚ ਅਸੀਂ ਇਸ ਨੂੰ ਅਗੇਨ 5 ਸਟੇਜਿਸ ਵਿੱਚ ਵੰਡਿਆ ਹੋਇਆ ਕਿ ਐਜ਼ ਸਕੂਲ ਟੀਚਰਸ ਔਰ ਪ੍ਰਿੰਸੀਪਲਸ ਦੀ ਕੀ ਰਿਸਪੋਂਸੀਬਿਲਿਟੀ ਹੈ। ਉਸ ਵਿੱਚ ਕੁਛ ਸਭ ਤੋਂ ਪਹਿਲੀ ਹੁੰਦੀ ਹੈ ਨੋਨ ਸਟਰਕਚਰਲ ਅਸੈਸਮੈਂਟ, ਜਿਹੜੀ ਕਿ ਸਕੂਲ ਦੇ ਟੀਚਰਸ ਦੁਆਰਾ ਜਾਂ ਸਟੂਡੈਂਟਸ ਦੁਆਰਾ ਕੀਤੀ ਜਾ ਸਕਦੀ, ਜਿਸ ਦੇ ਵਿੱਚ ਅਸੀਂ ਕੋਈ ਆਪਣੇ ਸਕੂਲ ਦੀ ਇਮਾਰਤਾਂ ਦੇ ਸਟਰਕਚਰ ਦੀ ਤਾਂ ਨਹੀਂ, ਪਰ ਨੋਨ ਸਟਰਕਚਰਲ ਅਸੈਸਮੈਂਟ ਕਰਵਾ ਰਹੇ ਹਾਂ। ਜਿਵੇਂ ਸਪੋਜ਼ ਕੋਈ ਵਾਇਰ ਲੂਜ਼ ਤਾਂ ਨਹੀਂ ਹੈ, ਕੋਈ ਜਿਹੜਾ ਫਰਨੀਚਰ ਉਹ ਰਸਤੇ ਦੇ ਵਿੱਚ ਤਾਂ ਨਹੀਂ ਆਉਂਦਾ, ਜੇ ਸਪੋਜ਼ ਕੋਰੀਡੋਰਸ ਹੈ ਕਿ ਉਹ ਕੋਰੀਡੋਰਸ ਖੁੱਲ੍ਹੇ, ਉਹਨੂੰ ਆਪਾਂ ਕਹਿੰਦੇ ਨੋਨ ਸਟਰਕਚਰਲ ਅਸੈਸਮੈਂਟ, ਜੋ ਲਗਾਤਾਰ ਤੌਰ 'ਤੇ ਸਕੂਲਸ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਕੀਤੀ ਜਾਣੀ ਚਾਹੀਦੀ ਹੈ। ਸੈਕਿੰਡ ਹੁੰਦੀ ਹੈ ਸਟਰਕਚਰਲ ਅਸੈਸਮੈਂਟ, ਆਪਣੀ ਇਮਾਰਤ ਦੀ ਅਸੈਸਮੈਂਟ ਹੈ, ਸਮੇਂ-ਸਮੇਂ ਹਰ ਸਾਲ 'ਚ ਇੱਕ ਵਾਰ ਜ਼ਰੂਰ ਕਿਸੇ ਸਿਵਲ ਇੰਜੀਨੀਅਰ ਤੋਂ ਕਰਵਾਈ ਜਾਣੀ ਚਾਹੀਦੀ ਹੈ। ਫਿਰ ਇੱਕ ਲੈਵਲ 'ਤੇ ਸਕੂਲ ਪ੍ਰਬੰਧਕਾਂ ਨੂੰ ਇਸ ਚੀਜ਼ ਨੂੰ ਵੀ ਪਹਿਚਾਨਣ ਦੀ ਲੋੜ ਹੈ ਕਿ ਉਹਨਾਂ ਦੇ ਸਕੂਲ ਤੋਂ ਬਾਹਰ ਕੋਈ ਖਤਰੇ ਤਾਂ ਨਹੀਂ ਹੈ, ਜਿਵੇਂ ਕੋਈ ਕੈਮੀਕਲ ਫੈਕਟਰੀ ਹੋਵੇ ਜਾਂ ਕੋਈ ਡਰੱਗਸ ਨੂੰ ਲੈ ਕੇ ਵੀ ਹੋ ਸਕਦਾ, ਬਟ ਐਨੀ ਕਾਈਂਡ ਆਫ ਰੋਡ ਐਕਸੀਡੈਂਟਸ ਹੋ ਸਕਦੇ ਆ। ਜੇ ਆਪਾਂ ਕੀਤਾ ਸੀ ਰੇਲਵੇ ਟਰੈਕਸ ਦੇ ਨੇੜੇ ਤਾਂ ਨਹੀਂ ਹੈ ਸਕੂਲ ਸਥਾਪਿਤ, ਸੋ ਅਕੋਰਡਿੰਗਲੀ ਉਹਨੂੰ ਆਪਾਂ ਕਹਿੰਦੇ ਹਾਂ ਆਈਡੈਂਟੀਫਿਕੇਸ਼ਨ ਆਫ ਹਜ਼ਾਰਡਸ ਆਊਟਸਾਈਡ ਦ ਸਕੂਲ, ਸਕੂਲ ਤੋਂ ਬਾਹਰ ਕੀ ਖਤਰੇ ਨੇ ਜੋ ਸਕੂਲ ਦੇ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰ ਸਕਦੇ ਨੇ। ਫਿਰ ਪਿਛਲੇ ਕੁਛ ਸਾਲਾਂ ਵਿੱਚ ਕਿਹੜੇ ਡਿਜ਼ਾਸਟਰਸ ਹੈ ਜੋ ਸਕੂਲ ਨੂੰ ਅਫੈਕਟ ਕੀਤਾ, ਉਸ ਦਾ ਮੁਲਾਂਕਣ ਕਰਨਾ। ਐਂਡ ਲਾਸਟ ਵਿੱਚ ਇਹਨਾਂ ਸਾਰੇ ਜੋ ਵੀ ਤੁਹਾਡੀਆਂ ਫਾਈਂਡਿੰਗਸ ਹੈ ਉਹਨਾਂ ਦੀ ਸਮਰੀ ਤਿਆਰ ਕਰਕੇ ਸਕੂਲ ਦੇ ਉਹਨਾਂ ਖੇਤਰਾਂ ਦੀ ਪਹਿਚਾਣ ਕਰਨਾ ਜਿੱਥੇ ਜਿਹੜੇ ਵਨਰੇਬਲ ਨੇ ਜਾਂ ਜਿੱਥੇ ਸਾਨੂੰ ਧਿਆਨ ਦੇਣ ਦੀ ਲੋੜ ਹੈ। ਜਿਵੇਂ ਆਪਾਂ ਪਿਛਲੇ ਇੰਸੀਡੈਂਟ 'ਚ ਕੀਤਾ ਸੀ, ਜੇ ਸਕੂਲ ਅਥੋਰਟੀਜ਼ ਨੇ ਚੀਜ਼ ਕੀਤੀ ਹੁੰਦੀ ਤਾਂ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਸਾਡੀ ਜਿਹੜੀਆਂ ਛੱਤਾਂ ਨੇ ਉਹਨਾਂ ਨੂੰ ਰਿਪੇਅਰ ਕਰਾਉਣ ਦੀ ਲੋੜ ਹੈ, ਪਰ ਕਿਉਂਕਿ ਅਸੀਂ ਕਦੇ ਅਸੈਸਮੈਂਟਸ ਨਹੀਂ ਕਰਦੇ ਤਾਂ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡੇ ਸਕੂਲ ਦੇ ਵਿੱਚ ਕਿਹੜੇ ਇਹੋ ਜਿਹੇ ਖੇਤਰ ਹੈ ਜਿੱਥੇ ਖਤਰੇ ਦੂਜੇ ਖੇਤਰਾਂ ਨਾਲੋਂ ਜ਼ਿਆਦਾ ਨੇ। ਸੋ ਜਿਵੇਂ ਇਹਦੇ ਵਿੱਚ ਸਕੂਲ ਨੂੰ ਬੇਸਿਕਲੀ ਕਮੇਟੀ ਬਣਾ ਲੈਣੀ ਚਾਹੀਦੀ ਜਿਸ ਨਾਲ ਉਹ ਆਪਣੀਆਂ ਸਟਰਕਚਰਲ ਅਤੇ ਨੋਨ ਸਟਰਕਚਰਲ ਵੀਕਨੈਸਿਸ ਨੂੰ
ਪਹਿਚਾਣ ਸਕੇ, ਜਿਹਦੇ ਵਿੱਚ ਸਕੂਲ ਐਡਮਿਨਿਸਟ੍ਰੇਸ਼ਨ ਦੇ ਮੈਂਬਰਸ, ਫਿਜ਼ੀਕਲ ਐਜੂਕੇਸ਼ਨ ਟੀਚਰਸ, ਫਾਇਰ ਆਫਿਸਰਸ ਹੋ ਸਕਦੇ ਨੇ, ਹੈਲਥ ਸਰਵਿਸ ਪ੍ਰੋਵਾਈਡਰਸ, ਜ਼ਿਲ੍ਹਾ ਪਰਿਸ਼ਦ ਦੇ ਮੈਂਬਰਸ ਨੂੰ ਸਭ ਨੂੰ ਮਿਲਾ ਕੇ ਇੱਕ ਕਮੇਟੀ ਦਾ ਜਿਹੜਾ ਗਠਨ ਆ ਕੀਤਾ ਜਾਣਾ ਚਾਹੀਦਾ। ਸੋ ਜਿਸ ਨਾਲ ਅਸੀਂ ਆਪਣੀਆਂ ਸਟਰਕਚਰਲ ਅਤੇ ਨੋਨ ਸਟਰਕਚਰਲ ਵੀਕਨੈਸਿਸ ਆ ਜਿਹੜੀਆਂ ਸਕੂਲ ਦੀਆਂ ਉਹ ਪਹਿਚਾਣ ਸਕੀਏ। ਇੱਕ ਛੋਟੀ ਜਿਹੀ ਐਕਟੀਵਿਟੀ ਵੀ ਹੈ ਜੋ ਸਕੂਲਸ ਵਿੱਚ ਕੀਤੀ ਕਰਾਈ ਜਾ ਸਕਦੀ ਹੈ ਕੰਪੀਟੀਸ਼ਨ ਦੇ ਰੂਪ ਵਿੱਚ, ਹਜ਼ਾਰਡ ਹੰਟ ਐਕਟੀਵਿਟੀ। ਜਿਵੇਂ ਇਸ ਦੇ ਵਿੱਚ ਉਹ ਕੀ ਕਹਿੰਦੇ ਨੇ ਕਿ ਸਕੂਲ ਦੇ ਵਿੱਚ ਤੁਸੀਂ ਜਿਹੜੇ ਬੱਚੇ ਹੈ ਉਹਨਾਂ ਨੂੰ ਹੀ ਕਹੋ ਕਿ ਕੰਪੀਟੀਸ਼ਨ ਕਰਵਾ ਲਈਏ, ਜੇ ਆਪਾਂ ਟਰੈਜਰ ਹੰਟ ਕਰਵਾਉਂਦੇ ਹਾਂ ਉਸ ਤਰ੍ਹਾਂ ਇੱਕ ਕੰਪੀਟੀਸ਼ਨ ਕਰਵਾ ਦਈਏ ਕਿ ਸਕੂਲ ਦੇ ਵਿੱਚ ਖਤਰੇ ਪਹਿਚਾਨਣੇ ਆ। ਸੋ ਸਕੂਲ ਦੇ ਵਿੱਚ ਬੱਚਿਆਂ ਨੂੰ ਕੀ ਕਹੀਏ ਕਿ ਕੁਛ ਤੁਸੀਂ ਰਿਸਕ ਆਈਡੈਂਟੀਫਾਈ ਕਰਨਾ, ਜਿਵੇਂ ਇੰਪਰੋਪਰ ਲੋਕੇਸ਼ਨ ਆਫ ਦੀ ਇਲੈਕਟ੍ਰੀਸਿਟੀ ਪੇਨ। ਹੋ ਸਕਦਾ ਕਿ ਜਿਹੜਾ ਇਲੈਕਟ੍ਰੀਸਿਟੀ ਦਾ ਜਿਹੜਾ ਪੁਆਇੰਟ ਹੈ ਜਾਂ ਇਲੈਕਟ੍ਰੀਸਿਟੀ ਦਾ ਪਿਲਰ ਹੈ ਕੋਈ ਉਹ ਰਸਤੇ ਵਿੱਚ ਗਲਤ ਜਗ੍ਹਾ ਬਣਿਆ ਹੋਇਆ ਹੋਵੇ, ਸੋ ਉਸ ਚੀਜ਼ ਨੂੰ ਪਹਿਚਾਨਣਾ। ਕੋਈ ਓਪਨ ਇਲੈਕਟ੍ਰੀਸਿਟੀ ਪੈਨਲ ਤਾਂ ਨਹੀਂ ਹੈ, ਕੋਈ ਲਾਈਵ ਵਾਇਰਸ, ਕੋਈ ਕਬਰਡਸ ਹੈ ਜਿਹੜੀਆਂ ਅਲਮਾਰੀਆਂ ਨੇ ਉਹ ਸਹੀ ਤਰ੍ਹਾਂ ਜੇ ਪਲੇਸ ਨਹੀਂ ਹੋਈਆਂ, ਰਸਤੇ ਵਿੱਚ ਕੋਈ ਰੁਕਾਵਟਾਂ ਆਉਂਦੀਆਂ ਨੇ, ਜਾਂ ਤੁਸੀਂ ਲੰਘਦੇ ਹੋ ਪੌੜੀਆਂ ਉਤਰਦੇ ਹੋ ਚੜ੍ਹਦੇ ਹੋ, ਕੋਈ ਤੁਹਾਨੂੰ ਚੀਜ਼ ਜਿਹੜੀ ਤੁਹਾਡੇ ਨੋਰਮਲ ਮੂਵਮੈਂਟ ਨੂੰ ਅਫੈਕਟ ਕਰਦੀ ਹੋਵੇ। ਸੋ ਇਸ ਤਰ੍ਹਾਂ ਤੁਸੀਂ ਕੁਛ ਹੈਜ਼ਾਰਡਸ ਨੂੰ ਆਈਡੈਂਟੀਫਾਈ ਕਰ ਸਕਦੇ ਹੋ। ਉਸ ਤਰ੍ਹਾਂ ਦੀ ਇੱਕ ਐਕਟੀਵਿਟੀ ਆਪਾਂ ਆਪਣੇ ਵਿਦਿਆਰਥੀਆਂ ਦੀ ਕਰਵਾ ਸਕਦੇ, ਨਾ ਤਾਂ ਇੱਕ ਕੰਪੀਟੀਸ਼ਨ ਦੇ ਰੂਪ ਵਿੱਚ ਹੋ ਜੂ, ਨਾਲੇ ਵਿਦਿਆਰਥੀ ਹੈ ਜਿਹੜੇ ਉਹ ਤੁਹਾਨੂੰ ਜ਼ਿਆਦਾ ਵਧੀਆ ਢੰਗ ਨਾਲ ਇਹਨਾਂ ਪ੍ਰੋਬਲਮਸ ਨੂੰ ਆਈਡੈਂਟੀਫਾਈ ਕਰਕੇ ਦੱਸ ਸਕਦੇ ਨੇ। ਸੋ ਜਿਵੇਂ ਅਗੇਨ ਜੇ ਹੁਣ ਆਪਾਂ ਡਿਟੇਲ ਦੇ ਵਿੱਚ ਕਰੀਏ ਸੇਮ ਆਪਣੀਆਂ ਜੋ ਆਪਾਂ ਟੌਪਿਕਸ ਪਹਿਲਾਂ ਡਿਸਕਸ ਕੀਤੇ ਹੈ ਬਰੀਫ ਵਿੱਚ। ਫਸਟ ਵੀਲ ਟੇਕ ਅਪ ਪ੍ਰੀਪੇਅਰਡਨੈਸ, ਤਿਆਰੀ। ਪ੍ਰੀਪੇਅਰਡਨੈਸ ਦਾ ਮਤਲਬ ਹੋ ਗਿਆ ਤਿਆਰੀ ਕਰਨਾ। ਤਿਆਰੀ ਦੇ ਵਿੱਚ ਅਸੀਂ ਕੀ ਕਰਨਾ ਹੈ, ਸਭ ਤੋਂ ਪਹਿਲਾਂ ਸਕੂਲ ਦੀ ਇੱਕ ਡਿਜ਼ਾਸਟਰ ਮੈਨੇਜਮੈਂਟ ਕਮੇਟੀ ਸਥਾਪਿਤ ਕਰਨਾ, ਜਿਸ 'ਚ ਆਪਾਂ ਕੀਤਾ ਸੀਗਾ ਪਿੱਛੇ, ਜਿਹਦੇ ਵਿੱਚ ਤੁਸੀਂ ਦੋ ਉਹਦੀ ਕੋਰ ਕਮੇਟੀ ਬਣਾ ਸਕਦੇ ਹੋ। ਇੱਕ ਕੋਰ ਕਮੇਟੀ ਬਣ ਜਾਏਗੀ, ਇੱਕ ਉਸਦੇ ਆਲੇ ਦੁਆਲੇ ਲੋਕ ਜੋ ਉਸਨੂੰ ਹੈਲਪ ਕਰਨਗੇ, ਉਹਨਾਂ ਦੇ ਰੋਲਸ ਅਤੇ ਰਿਸਪੋਂਸੀਬਿਲਿਟੀਜ਼, ਉਹਨਾਂ ਦੀ ਕੀ ਭੂਮਿਕਾ ਹੋਏਗੀ, ਕੀ ਜ਼ਿੰਮੇਵਾਰੀਆਂ ਹੋਣਗੀਆਂ, ਉਹਨਾਂ ਨੂੰ ਸਹੀ ਢੰਗ ਨਾਲ ਪ੍ਰਭਾਸ਼ਿਤ ਕਰਨਾ। ਉਸ ਤੋਂ ਬਾਅਦ ਤੁਸੀਂ ਇੱਕ ਸਬ ਟੀਮ ਬਣਾ ਸਕਦੇ ਹੋ ਵੱਖਰੀ ਵੱਖਰੀ ਤਰ੍ਹਾਂ ਦੀਆਂ, ਅਤੇ ਉਹਨਾਂ ਸਬ ਟੀਮਸ ਦੀਆਂ ਵੀ ਰੋਲਸ ਅਤੇ ਰਿਸਪੋਂਸੀਬਿਲਿਟੀਜ਼ ਹੈ ਜਿਹੜੀਆਂ ਉਹ ਆਈਡੈਂਟੀਫਾਈ ਕਰ ਸਕਦੇ ਹੋ। ਟਾਸਕ ਬਿਫੋਰ ਅਤੇ ਆਫਟਰ ਡਿਜ਼ਾਸਟਰ ਦੋਨੋਂ, ਵੀ ਡਿਜ਼ਾਸਟਰ ਤੋਂ ਪਹਿਲਾਂ, ਡਿਜ਼ਾਸਟਰ ਦੇ ਦੌਰਾਨ ਅਤੇ ਡਿਜ਼ਾਸਟਰ ਤੋਂ ਬਾਅਦ ਉਹਨਾਂ ਟੀਮ ਦੀ ਜਾਂ ਜੋ ਤੁਹਾਡੀਆਂ ਸਬ ਟੀਮਸ ਆ ਉਹਨਾਂ ਦੀ ਕੀ ਰੋਲਸ ਹੋਣਗੇ, ਕੀ ਰਿਸਪੋਂਸੀਬਿਲਿਟੀਜ਼ ਹੋਣਗੇ, ਉਸਨੂੰ ਆਪਾਂ ਪਹਿਲਾਂ ਹੀ ਡਿਫਾਈਨ ਕਰ ਸਕਦੇ ਹਾਂ। ਜਿਵੇਂ ਸਪੋਜ਼ ਦਿਸ ਇਜ਼ ਦੀ ਡਿਜ਼ਾਸਟਰ ਮੈਨੇਜਮੈਂਟ ਟੀਮ, ਜਿਹਦੀ ਕੌਨਸਟੀਟਿਊਸ਼ਨ ਦੱਸੀ ਹੋਈ ਕਿ ਨੋਰਮਲੀ ਚੇਅਰਪਰਸਨ ਸਕੂਲ ਦੇ ਪ੍ਰਿੰਸੀਪਲ ਹੋਣਗੇ, ਵਾਈਸ ਪ੍ਰਿੰਸੀਪਲ ਹੈੱਡ ਆਫ ਪ੍ਰਾਇਮਰੀ ਜਾਂ ਮਿਡਲ ਸਕੂਲ ਉਹਦੇ ਮੈਂਬਰ ਹੋਣਗੇ। ਫਿਰ ਐਜੂਕੇਸ਼ਨ ਆਫਿਸਰਸ, ਜਿਵੇਂ ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਹੈ, ਬਲਾਕ ਐਜੂਕੇਸ਼ਨ ਆਫਿਸਰ ਹੈ, ਤੁਸੀਂ ਉਹਨਾਂ ਨੂੰ ਵੀ ਆਪਣਾ ਮੈਂਬਰ ਬਣਾ ਸਕਦੇ ਹੋ। ਇੱਕ ਪੇਰੈਂਟ ਟੀਚਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਹੁੰਦੇ ਨੇ ਜੋ ਉਹ ਮੈਂਬਰ ਹੋਣਗੇ। ਫਿਰ 4 ਸਟੂਡੈਂਟਸ ਮੈਂਬਰ ਹੋਣਗੇ, ਜਿਸ ਤੁਸੀਂ NCC, NSS, ਹੈੱਡ ਬੋਏ, ਹੈੱਡ ਗਰਲ, ਸਕਾਊਟਸ ਐਂਡ ਗਾਈਡ ਦੇ ਮੈਂਬਰਸ ਲੈ ਸਕਦੇ ਹੋ। ਫਿਰ ਰਿਲੀਫ, ਰੈਵਨਿਊ ਜਾਂ ਡਿਜ਼ਾਸਟਰ ਮੈਨੇਜਮੈਂਟ ਡਿਪਾਰਟਮੈਂਟ ਹੈ ਜੋ ਜ਼ਿਲ੍ਹੇ ਦਾ, ਉਹਦਾ ਇੱਕ ਰਿਪਰੈਜ਼ੈਂਟੇਟਿਵ। ਫਾਇਰ ਸਰਵਿਸਿਜ਼ ਦੇ ਇੱਕ ਰਿਪਰੈਜ਼ੈਂਟੇਟਿਵ, ਇੱਕ ਪੁਲਿਸ ਦੇ ਰਿਪਰੈਜ਼ੈਂਟੇਟਿਵ ਅਤੇ ਇੱਕ ਹੈਲਥ ਡਿਪਾਰਟਮੈਂਟ ਦੇ ਰਿਪਰੈਜ਼ੈਂਟੇਟਿਵ। ਸੋ ਇਹ ਮਿਨੀਮਮ ਨੰਬਰ ਹੈ ਕਿ 9 ਮੈਂਬਰ ਕਮੇਟੀ ਜੋ ਤੁਹਾਡੀ ਡਿਜ਼ਾਸਟਰ ਮੈਨੇਜਮੈਂਟ ਦੀ ਕੋਰ ਕਮੇਟੀ ਬਣ ਕੇ ਉਭਰੇਗੀ। ਕੋਰ ਮੀਨਸ ਜੋ ਮੇਨ ਕਮੇਟੀ ਹੋਏਗੀ, ਰਾਈਟ। ਉਸ ਤੋਂ ਬਾਅਦ ਤੁਹਾਡੇ ਕੋਲ ਸਬ ਕਮੇਟੀਜ਼ ਬਣ ਸਕਦੀਆਂ ਨੇ, ਜਿਵੇਂ ਤੁਸੀਂ ਇੱਕ ਸਬ ਕਮੇਟੀ ਬਣਾ ਸਕਦੇ ਹੋ ਅਵੇਅਰਨੈਸ ਕਰਨ ਲਈ, ਉਹਦਾ ਕੰਮ ਸਿਰਫ ਜਾਗਰੂਕਤਾ ਕਰਨਾ ਹੋਏਗਾ। ਸੋ ਜਿਵੇਂ ਆਪਾਂ ਕਹੀਏ ਕਿ ਜ਼ਰੂਰੀ ਨਹੀਂ ਹੈ ਕਿ ਜੋ ਪ੍ਰੀਪੇਅਰਡਨੈਸ ਹੈ ਨਾ ਇਹ ਤਿਆਰੀ ਪਹਿਲਾਂ ਕਰਨੀ ਹੈ। ਸੋ ਆਪਾਂ ਮਤਲਬ ਪੂਰਾ ਸਾਲ ਐਕਟੀਵਿਟੀਜ਼ ਕਰਾ ਸਕਦੇ ਹਾਂ, ਜਿਵੇਂ ਫਾਇਰ ਅਤੇ ਅਰਥਕੁਏਕ 'ਤੇ ਤੁਸੀਂ ਕੀ ਕਰਨਾ ਹੈ, ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਬਚਾਉਣਾ, ਜੇ ਅਰਥਕੁਏਕ ਆ ਜੇ, ਤੁਸੀਂ ਫਾਇਰ ਲੱਗੀ ਅਤੇ ਆਪਣੇ ਆਪ ਨੂੰ ਕਿਵੇਂ ਬਚਾਉਣਾ, ਕੀ ਕਰਨਾ ਕੀ ਨਹੀਂ ਕਰਨਾ, ਮੌਕ ਡਰਿਲਸ ਕਰਵਾਉਣੀਆਂ। ਸੋ ਉਸ ਤਰ੍ਹਾਂ ਤੁਸੀਂ ਅਵੇਅਰਨੈਸ ਕਰਨੀ, ਜਾਗਰੂਕਤਾ ਕਰਨੀ। ਦੂਸਰੀ ਹੋਏਗੀ ਇਵੈਕੂਏਸ਼ਨ ਟੀਮ, ਜੋ ਡਿਜ਼ਾਸਟਰ ਹੋਣ 'ਤੇ ਖਾਲੀ ਕਰਵਾਏਗੀ। ਹੁਣ ਇਹਦਾ ਕੰਮ ਬੇਸਿਕਲੀ ਸੰਸਥਾ ਦੇ ਜਾਂ ਕਮਰੇ ਖਾਲੀ ਕਰਵਾਉਣਾ ਹੋਏਗਾ, ਉਸਦੇ ਨਾਲ ਨਾਲ ਇੱਕ ਇਵੈਕੂਏਸ਼ਨ ਪਲਾਨ ਵੀ ਤਿਆਰ ਕਰੇਗੀ, ਜੋ ਪਹਿਲਾਂ ਆਪਾਂ ਜਿਵੇਂ ਸੇਫਟੀ ਦੇ ਵਿੱਚ ਕੀਤਾ ਸੀਗਾ ਕਿ ਇਵੈਕੂਏਸ਼ਨ ਪਲਾਨ ਡਿਸਪਲੇ ਹੋਣਾ ਚਾਹੀਦਾ, ਕਿ ਅਸੀਂ ਜੇ ਕੋਈ ਸਾਨੂੰ ਰੱਬ ਨਾ ਕਰੇ ਕੋਈ ਡਿਜ਼ਾਸਟਰ ਸਾਡੇ ਸਕੂਲ ਨੂੰ ਇਫੈਕਟ ਕਰ ਦੇ ਤਾਂ ਅਸੀਂ ਖਾਲੀ ਕਿਵੇਂ ਕਰਨਾ ਸਕੂਲ ਨੂੰ, ਉਸ ਚੀਜ਼ ਦੇ ਵਿੱਚ ਹੈਲਪ ਕਰੇਗੀ। ਇੱਕ ਫਸਟ ਏਡ ਟੀਮ ਬਣਾ ਸਕਦੇ ਹਾਂ ਜੋ ਫਸਟ ਏਡ ਦੇਗੀ। ਫਿਰ ਬੱਸ ਸੇਫਟੀ ਟੀਮ, ਹਰ ਬੱਸ ਦੀ ਇੱਕ ਬੱਸ ਸੇਫਟੀ ਟੀਮ ਹੋਣੀ ਚਾਹੀਦੀ ਹੈ ਜੋ ਬੱਸ ਦੇ ਵਿੱਚ ਜੇ ਕੋਈ ਡਿਜ਼ਾਸਟਰ ਨਾ ਹੋਵੇ ਜਾਂ ਉਸ ਦੇ ਵਿੱਚ ਸੇਫਟੀ ਦੇ ਕੰਮ ਕਰੇਗੀ। ਫਿਰ ਸਾਈਟ ਸਿਕਿਉਰਿਟੀ ਟੀਮ, ਜਿਹੜੀ ਤੁਹਾਡੀ ਸਕੂਲ ਦੀ ਸਿਕਿਉਰਿਟੀ ਨੂੰ ਕੰਟਰੋਲ ਕਰੇਗੀ, ਰਾਈਟ। ਸੋ ਇਸ ਤਰ੍ਹਾਂ ਤੁਸੀਂ ਸਬ ਕਮੇਟੀਜ਼ ਬਣਾ ਸਕਦੇ ਹੋ। ਇਸ ਤੋਂ ਜ਼ਿਆਦਾ ਵੀ ਆਪਣੀ ਲੋੜ ਅਨੁਸਾਰ ਸਬ ਕਮੇਟੀਜ਼ ਹੈ ਜਿਹੜਾ ਉਹਨਾਂ ਦਾ ਗਠਨ ਕੀਤਾ ਜਾ ਸਕਦਾ ਹੈ। ਨੈਕਸਟ ਵੀ ਵਿਲ ਡੂ ਰਿਸਪੌਂਸ ਵਿੱਚ ਅਸੀਂ ਹੁਣ ਕੀ ਕਰਾਂਗੇ। ਰਿਸਪੌਂਸ ਜਦੋਂ ਵਨਸ ਜਦੋਂ ਪ੍ਰੀਪੇਅਰਡਨੈਸ ਹੋ ਗਈ, ਰਿਸਪੌਂਸ ਵਿੱਚ ਕੀ ਕਰਾਂਗੇ। ਰਿਸਪੌਂਸ ਦੇ ਵਿੱਚ ਬੇਸਿਕਲੀ ਤੁਸੀਂ ਸਭ ਤੋਂ ਪਹਿਲਾਂ ਲਿਸਟਿੰਗ ਆਫ ਰਿਸੋਰਸਿਸ ਕਰੋਗੇ ਜੋ ਸਕੂਲ ਦੇ ਵਿੱਚ ਅਵੇਲੇਬਲ ਨੇ, ਜਿਨ੍ਹਾਂ ਨੂੰ ਤੁਸੀਂ ਡਿਜ਼ਾਸਟਰ ਦੇ ਟਾਈਮ ਯੂਜ਼ ਕਰ ਸਕਦੇ ਹੋ। ਇਸ ਤਰ੍ਹਾਂ ਦੀ ਤੁਸੀਂ ਇੱਕ ਰਿਸਪੌਂਸ ਇਨਵੈਂਟਰੀ ਤਿਆਰ ਕਰੋਗੇ। ਅਗੇਨ ਪ੍ਰੀਪੇਅਰਡਨੈਸ ਵਿੱਚ ਵੀ ਹੋ ਸਕਦਾ ਕਿ
ਕਿ ਅਸੀਂ ਇੱਕ ਰਿਸਪੌਂਸ ਇਨਵੈਂਟਰੀ ਤਿਆਰ ਕੀਤੀ ਕਿ ਜੇ ਡਿਜ਼ਾਸਟਰ ਮੇਰੇ ਸਕੂਲ ਨੂੰ ਇਫੈਕਟ ਕਰਦਾ ਤਾਂ ਤੁਸੀਂ ਉਹਦੇ ਲਈ ਤੁਹਾਡੇ ਕੋਲ ਕੀ ਉਪਕਰਨ ਉਪਲਬਧ ਹਨ ਜਿਨ੍ਹਾਂ ਦੀ ਤੁਸੀਂ ਵਰਤੋਂ ਕਰ ਸਕਦੇ ਹੋ। ਸੈਕਿੰਡ, ਇਹ ਤਾਂ ਪਹਿਲੇ ਆਪਾਂ ਉਹ ਰਿਸੋਰਸਿਸ ਲਏ ਜੋ ਸਾਡੇ ਸਕੂਲ ਦੇ ਵੀ ਕੋਲ ਹੀ ਨੇ। ਦੂਸਰੇ ਲੈਵਲ 'ਤੇ ਅਸੀਂ ਉਹ ਰਿਸੋਰਸਿਸ ਨੂੰ ਵੀ ਆਈਡੈਂਟੀਫਾਈ ਕਰਾਂਗੇ ਜੋ ਸਕੂਲ ਤੋਂ ਬਾਹਰ ਨੇ, 1 ਤੋਂ ਲੈ ਕੇ 5 ਕਿਲੋਮੀਟਰ ਦੇ ਵਿੱਚ ਜਿਹੜੇ ਰਿਸੋਰਸਿਸ ਜਾਂ ਸਰੋਤ ਤੁਹਾਨੂੰ ਮਦਦ ਕਰ ਸਕਦੇ ਨੇ, ਜਿਵੇਂ ਤੁਹਾਡਾ ਨੀਅਰੈਸਟ ਹੌਸਪੀਟਲ ਕਿਹੜਾ ਹੈ, ਪੁਲਿਸ ਸਟੇਸ਼ਨ ਕਿਹੜਾ ਹੈ, ਫਾਇਰ ਸਟੇਸ਼ਨ ਕਿਹੜਾ, ਉਸ ਤਰ੍ਹਾਂ। ਦੈਨ ਇੰਪੋਰਟੈਂਟ ਟੈਲੀਫੋਨ ਨੰਬਰਸ ਪ੍ਰਿੰਸੀਪਲ ਦੇ ਰੂਮ ਵਿੱਚ ਉਹਨਾਂ ਨੂੰ ਅਪਡੇਟ ਕਰਨਾ, ਅਤੇ ਇੱਕ ਕ੍ਰਿਟੀਕਲ ਹੈਲਥ ਪ੍ਰੋਬਲਮ ਰਿਕਾਰਡ ਮੇਨਟੇਨ ਕਰਨਾ ਆਪਣੇ ਬੱਚਿਆਂ ਦਾ, ਕਿਉਂਕਿ ਅਗੇਨ ਕਈ ਵਾਰ ਤੁਹਾਡੇ ਬੱਚਿਆਂ ਨੂੰ ਕੋਈ ਜਿਵੇਂ ਜੇ ਫਾਇਰ ਹੋ ਜਾਏ ਤਾਂ ਜਿਹੜੇ ਬੱਚੇ ਐਸਥਮੈਟਿਕ ਹੋਣਗੇ ਉਹਨਾਂ ਨੂੰ ਜਲਦੀ ਇਵੈਕੂਏਟ ਕਰਨ ਦੀ ਲੋੜ ਹੋਏਗੀ। ਸੋ ਉਸ ਤਰ੍ਹਾਂ ਆਪਣੇ ਬੱਚਿਆਂ ਨੂੰ ਲੈ ਕੇ ਕੋਈ ਹੈਲਥ ਦੇ ਇਸ਼ੂਜ਼ ਜੇ ਕਿਸੇ ਬੱਚੇ ਦੇ ਹੈਗੇ ਉਹਦਾ ਵੀ ਰਿਕਾਰਡ ਪਹਿਲਾਂ ਹੀ ਤਿਆਰ ਕੀਤਾ ਜਾਣਾ ਚਾਹੀਦਾ। ਉਹਨੂੰ ਆਪਾਂ ਕਹਿੰਦੇ ਰਿਸਪੌਂਸ ਇਨਵੈਂਟਰੀ, ਜੋ ਸਾਨੂੰ ਡਿਜ਼ਾਸਟਰ ਨੂੰ ਰਿਸਪੌਂਸ ਦੇਣ ਵਿੱਚ ਮਦਦ ਕਰੇਗੀ। ਅਗੇਨ ਫਿਰ ਮੈਕੈਨਿਜ਼ਮ ਆਫ ਅਲਰਟਿੰਗ ਸਟੂਡੈਂਟਸ ਐਂਡ ਟੀਚਰਸ ਡਿਊਰਿੰਗ ਸਕੂਲ ਟਾਈਮ, ਤੁਸੀਂ ਕਿਵੇਂ ਅਲਰਟ ਕਰਨਾ, ਅਲਾਰਮ ਕਿਹੜਾ ਹੋਏਗਾ ਤੁਹਾਡਾ, ਕੋਈ ਉਹ ਚੀਜ਼ ਬੱਚਿਆਂ ਨੂੰ ਪਹਿਲਾਂ ਦੱਸਣੀ ਪੈਣੀ ਵੀ ਕਿਹੜਾ ਅਲਾਰਮ ਵੱਜਦਾ ਤਾਂ ਤੁਹਾਨੂੰ ਕਿਵੇਂ ਪਤਾ ਲੱਗੇਗਾ। ਫਿਰ ਤੁਹਾਡੇ ਐਨੂਅਲ ਕੈਲੰਡਰ ਇੱਕ ਬਣਾਉਣਾ ਕਿ ਜਿਹਦੇ ਵਿੱਚ ਤੁਸੀਂ ਡਿਫਰੈਂਟ ਐਕਟੀਵਿਟੀਜ਼ ਕਰਵਾਓਗੇ ਜੋ ਬੱਚਿਆਂ ਨੂੰ ਡਿਜ਼ਾਸਟਰ ਦੇ ਦੌਰਾਨ ਹੈਲਪ ਕਰਨਗੀਆਂ। ਮੌਕ ਡਰਿਲਸ ਕਰਾਉਣਾ, ਨਕਲੀ ਡਰਿਲਸ ਕਰਾਉਣਾ ਬਹੁਤ ਵਾਰ ਸਕੂਲਸ 'ਚ ਹੁੰਦੀਆਂ ਨੇ ਫਾਇਰ ਨੂੰ ਲੈ ਕੇ ਜਾਂ ਅਰਥਕੁਏਕ ਨੂੰ ਲੈ ਕੇ, ਇਹਨਾਂ ਆਪਣਾ ਇਵੈਕੂਏਸ਼ਨ ਪਲਾਨ ਵੀ ਚੈੱਕ ਹੋ ਜਾਂਦਾ। ਡਿਜ਼ਾਸਟਰ ਮੈਨੇਜਮੈਂਟ ਦੇ ਪਲਾਨ ਨੂੰ ਸਮੇਂ 'ਤੇ ਲੋੜ ਅਨੁਸਾਰ ਅਪਡੇਟ ਕਰਨਾ। ਕੈਪੈਸਿਟੀ ਬਿਲਡਿੰਗ ਐਂਡ ਟ੍ਰੇਨਿੰਗ ਦਾ ਮਤਲਬ ਹੁੰਦਾ ਕਿ ਆਪਣੇ ਟੀਚਰਸ ਨੂੰ ਜਾਂ ਆਪਣੇ ਆਪ ਨੂੰ ਉਨਾ ਸਮਰਥ ਬਣਾਉਣਾ ਕਿ ਤੁਸੀਂ ਡਿਜ਼ਾਸਟਰ ਨੂੰ ਡੀਲ ਕਰ ਸਕੋ। ਸੋ ਟੀਚਰਸ ਨੂੰ ਲੋੜੀਂਦਾ ਸਿਖਲਾਈ ਦੇਣਾ, ਅਧਿਆਪਕਾਂ ਨੂੰ, ਵਿਦਿਆਰਥੀਆਂ ਨੂੰ। ਅਵੇਅਰਨੈਸ ਜਨਰੇਸ਼ਨ ਐਂਡ ਸੈਂਸਿਟਾਈਜੇਸ਼ਨ ਕਰਨਾ, ਚਾਹੇ ਆਡੀਓ ਵਿਜ਼ੂਅਲ ਕਲਿੱਪਸ ਨਾਲ ਜਾਂ ਪੋਸਟਰਸ ਨਾਲ, ਜਿਵੇਂ ਹੁਣ ਅੱਜ ਕੱਲ੍ਹ ਕੋਵਿਡ ਨੂੰ ਲੈ ਕੇ ਵੱਖ-ਵੱਖ ਪੋਸਟਰਸ ਆ ਜਿਹੜੇ ਵੈਬਸਾਈਟ 'ਤੇ ਪੁੱਟ ਅਪ ਹੋ ਰਹੇ ਨੇ, ਉਹ ਚੀਜ਼ਾਂ ਕਰਨੀਆਂ ਸੋ ਜਿਸ ਨਾਲ ਅਸੀਂ ਆਪਣੀ ਇਨਵਾਇਰਮੈਂਟ ਨੂੰ ਵੱਧ ਸੇਫਰ ਬਣਾ ਸਕੀਏ। ਅਤੇ ਕੋਸ਼ਿਸ਼ ਕਰੋ ਕਿ ਮਹੀਨੇ ਦੇ ਵਿੱਚ ਐਟਲੀਸਟ ਕੋਈ ਇੱਕ ਦਿਨ ਆਪਾਂ ਜਿਹੜਾ ਸੇਫਟੀ ਨੂੰ ਜਾਂ ਡਿਜ਼ਾਸਟਰਸ ਨੂੰ ਕੰਸਨਟਰੇਟਡ ਹੋ ਕੇ ਉਹਨੂੰ ਡੈਡੀਕੇਟ ਕਰਕੇ ਕੋਈ ਨਾ ਕੋਈ ਸੈਲੀਬ੍ਰੇਸ਼ਨ ਜਾਂ ਈਵੈਂਟ ਔਰਗੇਨਾਈਜ਼ ਜ਼ਰੂਰ ਕਰੀਏ। ਸੋ ਰਿਸਪੌਂਸ, ਹੁਣ ਦਿਸ ਵਾਜ਼ ਆਲ ਇਨ ਪ੍ਰੀਪੇਅਰਡਨੈਸ। ਰਿਸਪੌਂਸ ਵਿੱਚ ਕੀ ਆਏਗਾ, ਹਜ਼ਾਰਡ ਸਪੈਸੀਫਿਕ ਰਿਸਪੌਂਸ ਪਲਾਨਸ ਬਣਾਉਣਾ। ਸਪੈਸੀਫਿਕਲੀ ਤੁਹਾਡੇ ਕੋਲ ਪਲਾਨਸ ਹੋਣੇ ਚਾਹੀਦੇ ਨੇ ਕਿ ਜੇ ਤੁਸੀਂ ਫਾਇਰ ਦੇ ਟਾਈਮ ਇੱਕ ਡਿਫਰੈਂਟ ਰਿਸਪੌਂਸ ਪਲਾਨ ਤੁਹਾਡਾ ਹੈਲਪ ਕਰੇਗਾ, ਡਿਜ਼ਾਸਟਰ ਅਰਥਕੁਏਕ ਇੱਕ ਡਿਫਰੈਂਟ ਰਿਸਪੌਂਸ ਪਲਾਨ ਹੋਏਗਾ। ਸੋ ਕਰਾਊਡ ਨੂੰ ਕਿਵੇਂ ਮੈਨੇਜ ਕਰਨਾ, ਸਟੈਂਪੇਡ ਨੂੰ ਕਿਵੇਂ ਕਰਨਾ, ਉਸ ਚੀਜ਼ ਲਈ ਤੁਸੀਂ ਆਪਣੇ ਆਪ ਨੂੰ ਤਿਆਰ ਰੱਖਣਾ। alternate arrangements for continuation of school education, again this is a response to a disaster। ਵੀ ਜੇ ਸਕੂਲ ਦੇ ਵਿੱਚ ਇੱਕ ਡਿਜ਼ਾਸਟਰ ਹੋ ਗਿਆ ਤਾਂ ਓਬਵੀਅਸਲੀ ਉਹਦੀ ਬਿਲਡਿੰਗ ਇਫੈਕਟ ਹੋ ਗਈ ਹੈ ਤਾਂ ਵੀ ਕੈਨ ਨਾਟ ਥਿੰਕ ਕਿ ਅਸੀਂ ਹੁਣ ਸਕੂਲ ਪੜ੍ਹਾਵਾਂਗੇ ਨਹੀਂ। ਵਾਟ ਆਰ ਦ ਆਲਟਰਨੇਟਿਵ ਅਰੇਂਜਮੈਂਟਸ ਜੋ ਤੁਸੀਂ ਕਰੋਗੇ। ਐਮਰਜੈਂਸੀ ਸਰਵਿਸਿਜ਼ ਨੂੰ ਰਿਪੋਰਟ ਕਰਨਾ ਡਿਜ਼ਾਸਟਰ ਦੇ ਬਾਰੇ। ਐਂਡ ਬੱਚੇ ਸਪੈਸ਼ਲੀ ਡਿਸੇਬਲਡ ਜਿਹੜੇ ਬੱਚੇ ਜਾਂ ਸਪੈਸ਼ਲੀ ਏਬਲਡ ਬੱਚੇ ਉਹਨਾਂ ਲਈ ਸਪੈਸ਼ਲ ਕੋਈ ਐਫਰਟਸ ਕਰਨਾ ਜਾਂ ਪ੍ਰੋਵੀਜ਼ਨ ਕਰਨਾ ਕਿ ਸੋ ਦੈਟ ਉਹ ਲੋਕ, ਕਿਉਂਕਿ ਉਹਨਾਂ ਬੱਚਿਆਂ ਨੂੰ ਡਿਜ਼ਾਸਟਰਸ ਦੇ ਵਿੱਚ ਹੋ ਸਕਦਾ ਕਿ ਜ਼ਿਆਦਾ ਇਫੈਕਟ ਹੋ ਜਾਣ। ਸੋ ਉਸ ਕੇਸ ਲਈ ਤੁਸੀਂ ਅਗੇਨ ਦ ਰਿਸਪੌਂਸ ਟੀਮ ਇਜ਼ ਰਿਸਪੌਂਸੀਬਲ ਫॉर ਇਟ। ਦੈਨ ਨੈਕਸਟ ਵੀ ਕੈਨ ਇਵਨ ਡਿਸਕਸ ਦੀ ਮਿਟੀਗੇਸ਼ਨ ਇਫੈਕਟਸ। ਮਿਟੀਗੇਸ਼ਨ ਇਫੈਕਟਸ ਹੁੰਦੇ ਨੇ ਉਹ ਮੇਜਰਸ ਜਿਹੜੇ ਸਾਡੇ ਡਿਜ਼ਾਸਟਰ ਦੇ ਪ੍ਰਭਾਵ ਨੂੰ ਘਟਾ ਦਿੰਦੇ ਨੇ। ਜਿਵੇਂ ਜਿਵੇਂ ਆਪਾਂ ਕਹੀਏ ਕਿ ਜੇ ਉਸ ਟਾਈਮ ਜਿੱਥੇ ਸਕੂਲ ਦੇ ਵਿੱਚ 93 ਸਟੂਡੈਂਟਸ ਅੱਗ ਵਿੱਚ ਜਲ ਗਏ, ਜੇ ਕੋਈ ਮਿਟੀਗੇਸ਼ਨ ਇਫੈਕਟਸ ਲਏ ਹੁੰਦੇ ਜਾਂ ਮੇਜਰਸ ਲਏ ਹੁੰਦੇ ਤਾਂ ਹੋ ਸਕਦਾ ਉਹ ਆਪਣੇ ਉਹਨਾਂ ਬੱਚਿਆਂ ਦੀ ਜਿਹੜੀ ਗਿਣਤੀ ਉਹ ਘੱਟ ਹੁੰਦੀ। ਸੋ ਜਿਹੜੀ ਸਵੀਅਰਿਟੀ ਹੁੰਦੀ ਹੈ ਨੁਕਸਾਨ ਦੀ, ਉਸਦੇ ਪੱਧਰ ਨੂੰ ਘਟਾਉਣ ਲਈ ਇਹ ਲਏ ਜਾਂਦੇ, ਜਿਹਦੇ ਵਿੱਚ ਆਪਾਂ ਕਹਿੰਦੇ ਕਿ ਸਾਡੇ ਡਿਫਰੈਂਟ ਨੋਨ ਸਟਰਕਚਰਲ ਮੈਜਰਸ ਹੈ ਜਿਹੜੇ ਉਹਨਾਂ ਦੀ ਲਿਸਟ ਤਿਆਰ ਕੀਤੀ ਜਾਣੀ ਚਾਹੀਦੀ ਹੈ। ਜਿਵੇਂ ਕਲੀਅਰ ਪੈਸੇਜ, ਰਸਤੇ ਹਮੇਸ਼ਾ ਕਲੀਅਰ ਹੋਣੇ ਚਾਹੀਦੇ ਹੈ। ਸਟੇਅਰਵੇਜ਼ ਜਿਹੜੀਆਂ ਪੌੜੀਆਂ ਨੇ ਉਹਨਾਂ ਦੇ ਵਿੱਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ। ਸੋ ਆਉਣ ਜਾਣ ਲਈ ਉਹ ਪੌੜੀਆਂ ਖੁੱਲ੍ਹੀਆਂ ਹੋਣੀਆਂ ਚਾਹੀਦੀਆਂ। ਕੈਮਿਸਟਰੀ ਲੈਬਸ ਦੇ ਵਿੱਚ ਖਾਸ ਕਰਕੇ ਕਿਉਂਕਿ ਉੱਥੇ ਕੈਮੀਕਲ ਹੁੰਦਾ ਅਤੇ ਉੱਥੇ ਇੰਸੀਡੈਂਟ ਹੋਣ ਦੇ ਚਾਂਸਿਸ ਵੀ ਜ਼ਿਆਦਾ ਹੁੰਦੇ, ਉੱਥੇ ਸਪੈਸ਼ਲ ਕੈਮਿਸਟਰੀ ਲੈਬ ਦੇ ਵਿੱਚ ਖਾਸ ਸੁਰੱਖਿਆ ਦੇ ਜਿਹੜੇ ਪ੍ਰਬੰਧ ਉਹ ਕੀਤੇ ਜਾਣੇ ਚਾਹੀਦੇ ਨੇ। ਐਲਮੀਰਾਸ ਨੂੰ ਫਿਕਸ ਕੀਤਾ ਜਾਣਾ ਚਾਹੀਦਾ ਹੈ ਵਾਲਸ ਨਾਲ। ਜਿਵੇਂ ਕਈ ਵਾਰ ਕਹਿੰਦੇ ਜਾਪਾਨ ਦੇ ਵਿੱਚ ਇੰਨੇ ਅਰਥਕੁਏਕਸ ਆਉਂਦੇ ਨੇ, ਪਰ ਜਾਪਾਨ ਦੇ ਵਿੱਚ ਅਰਥਕੁਏਕ ਉਨੇ ਵੱਡੇ ਲੈਵਲ ਦੇ ਜੈਪਨੀਜ਼ ਨੂੰ ਪ੍ਰਭਾਵਿਤ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਮਿਟੀਗੇਸ਼ਨ ਮੈਜਰਸ ਲਏ ਹੁੰਦੇ ਨੇ। ਉਹਨਾਂ ਦੇ ਘਰ ਉਸ ਤਰ੍ਹਾਂ ਬਣੇ ਹੁੰਦੇ ਨੇ, ਉਹਨਾਂ ਦੇ ਘਰ ਦੇ ਵਿੱਚ ਮਤਲਬ ਅਰਥਕੁਏਕ ਤੋਂ ਥੋੜ੍ਹਾ ਕੋਈ ਮਰਦਾ, ਅਰਥਕੁਏਕ ਦੇ ਕਾਰਨ ਜਿਹੜੀ ਸਮਾਨ ਸਾਡੇ ਉੱਤੇ ਗਿਰਦਾ ਸੀ ਉਹਦੇ ਨਾਲ ਮਰ ਜਾਂਦੇ। ਸੋ ਉੱਥੇ ਉਹਨਾਂ ਨੂੰ ਸਿਖਲਾਈ ਦਿੱਤੀ ਗਈ ਆ, ਉੱਥੇ ਇਹ ਚੀਜ਼ਾਂ ਨੂੰ ਧਿਆਨ ਰੱਖਿਆ ਗਿਆ। ਸੋ ਉਸੇ ਤਰ੍ਹਾਂ ਐਲਮੀਰਾਸ ਨੂੰ ਜੇ ਫਿਕਸ ਕੀਤਾ ਹੋਊਗਾ ਵਾਲਸ ਨਾਲ ਤਾਂ ਉਹ ਗਿਰਨਗੀਆਂ ਨਹੀਂ। ਸੋ ਉਸ ਤਰ੍ਹਾਂ ਵੀ ਆਪਾਂ ਕਰ ਸਕਦੇ ਹਾਂ। ਆਪਣੇ ਫੈਨਸ ਅਤੇ ਲਾਈਟ ਜਿਹੜੀ ਹੈ ਉਹਨੂੰ, ਫੈਨ ਨੂੰ ਨੋਰਮਲੀ ਹਰ ਕੋਈ ਕਹਿੰਦਾ ਕਿ ਹਰ ਗਰਮੀਆਂ 'ਚ ਫੈਨ ਚਲਾਉਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਚੈੱਕ ਕਰਨਾ ਚਾਹੀਦਾ ਕਿ ਫੈਨਸ ਦਾ ਕੋਈ ਬੋਲਟ ਲੂਜ਼ ਤਾਂ ਨਹੀਂ ਹੈ। ਦੈਨ ਫਾਇਰ ਸੇਫਟੀ ਮੇਜਰਸ, ਪਤਾ ਲੱਗੇ ਕਿ ਆਪਾਂ ਫਾਇਰ ਵਾਲੇ ਦਿਨ ਜਦੋਂ ਫਾਇਰ ਐਕਸਟਿੰਗੁਇਸ਼ਰ ਚੱਕ ਕੇ ਦੇਖਿਆ ਉਹ ਐਕਸਪਾਇਰ ਹੋਇਆ। ਸੋ ਸਾਨੂੰ ਇਹ ਚੀਜ਼ਾਂ ਪਹਿਲਾਂ ਦੇਖਣੀਆਂ ਚਾਹੀਦੀਆਂ ਕਿ ਸਾਡੇ ਫਾਇਰ ਐਕਸਟਿੰਗੁਇਸ਼ਰਸ ਪ੍ਰੋਪਰ ਕੰਮ ਕਰ ਰਹੇ ਨੇ ਜਾਂ ਨਹੀਂ ਕਰ ਰਹੇ। ਉਹਨੂੰ ਆਪਾਂ ਮਿਟੀਗੇਸ਼ਨ ਮੈਜਰਸ ਦੇ ਵਿੱਚ ਲੈ ਲੈਂਦੇ ਹਾਂ। ਸੋ ਅਗੇਨ ਸਕੂਲਸ ਨੀਡ ਟੂ ਡੂ ਦਿਸ।
ਫਿਰ ਸਕੂਲਸ ਨੂੰ ਇੱਕ ਸੇਫਟੀ ਆਡਿਟ ਕਰਨਾ ਚਾਹੀਦਾ। ਸਮੇਂ ਆਡਿਟ ਦਾ ਮਤਲਬ ਜਦੋਂ ਆਪਾਂ ਸਮੇਂ-ਸਮੇਂ ਚੈਕਿੰਗ ਕਰਦੇ ਹਾਂ, ਪਰ ਇਹ ਆਡਿਟ ਨੋਰਮਲੀ ਪੈਸਿਆਂ ਦਾ ਕੀਤਾ ਜਾਂਦਾ ਵੀ ਪੈਸਾ ਸਹੀ ਤਰ੍ਹਾਂ ਖਰਚਿਆ ਜਾ ਰਿਹਾ, ਪਰ ਇੱਕ ਸੇਫਟੀ ਨੂੰ ਲੈ ਕੇ, ਸੁਰੱਖਿਆ ਨੂੰ ਲੈ ਕੇ ਵੀ ਆਡਿਟ ਕੀਤਾ ਜਾਣਾ ਚਾਹੀਦਾ, ਜਿਸ ਵਿੱਚ ਇਲੈਕਟ੍ਰੀਸਿਟੀ ਦਾ ਆਡਿਟ ਕਿ ਬਿਜਲੀ ਦੇ ਲੈਵਲ 'ਤੇ ਕੋਈ ਨੁਕਸਾਨ ਤਾਂ ਨਹੀਂ ਹੋ ਸਕਦਾ, ਫਾਇਰ ਸੇਫਟੀ, ਦੈਨ ਕੁਆਲਿਟੀ ਆਫ ਫੂਡ, ਕਿਉਂਕਿ ਅਗੇਨ ਆਪਾਂ ਡਿਸਕਸ ਕੀਤਾ ਕਿ ਮਿਡ ਡੇ ਮੀਲ ਨਾਲ ਵੀ ਬਹੁਤ ਵੱਡੀ ਫੂਡ ਪੋਇਜ਼ਨਿੰਗ ਦੇ ਇੰਸੀਡੈਂਟਸ ਹਨ ਜੋ ਬੱਚਿਆਂ ਨਾਲ ਹੋ ਜਾਂਦੇ ਨੇ, ਇਟ ਟਰਨਸ ਆਊਟ ਟੂ ਬੀ ਅ ਮੈਨ ਮੇਡ ਡਿਜ਼ਾਸਟਰ। ਤਾਂ ਸਾਨੂੰ ਇਸ ਚੀਜ਼ ਦਾ ਵੀ ਆਡਿਟ ਕਰਨਾ ਚਾਹੀਦਾ ਕਿ ਜਿਹੜਾ ਕੁਆਲਿਟੀ ਆਫ ਫੂਡ ਸਾਡੇ ਹੋਸਟਲਸ ਵਿੱਚ ਜਾਂ ਮਿਡ ਡੇ ਮੀਲ ਸਰਵ ਹੋ ਰਿਹਾ ਕਿ ਉਹ ਵਧੀਆ ਕੁਆਲਿਟੀ ਦਾ ਹੈ। ਦੈਨ ਪਿਓਰਿਟੀ ਆਫ ਵਾਟਰ ਸਪਲਾਈ, ਪਾਣੀ ਜਿਹੜਾ ਪੀਣ ਵਾਲਾ ਬੱਚਿਆਂ ਨੂੰ ਮਿਲੇ ਉਹ ਸਾਫ਼ ਹੋਵੇ, ਅਤੇ ਹਾਈਜੀਨਿਕ ਕੰਡੀਸ਼ਨਸ ਕਿਚਨ ਵਿੱਚ ਅਤੇ ਵਾਸ਼ਰੂਮ ਵਿੱਚ ਜਿਹੜੇ ਸਫਾਈ ਹੈ ਉਹਦਾ ਕਿੰਨਾ ਕੁ ਧਿਆਨ ਰੱਖਿਆ ਗਿਆ। ਇਹਨਾਂ ਚੀਜ਼ਾਂ ਨੂੰ ਲੈ ਕੇ ਸਮੇਂ-ਸਮੇਂ 'ਤੇ ਜਿਹੜੀ ਸਕੂਲ ਦੇ ਪ੍ਰਬੰਧਕ ਨੇ ਉਹਨਾਂ ਨੂੰ ਆਡਿਟਸ ਕੀਤੇ ਜਾਣੇ ਚਾਹੀਦੇ ਹੈ। ਇੱਕ ਸਕੂਲ ਜੋ ਆਪਣੇ ਲੈਵਲ 'ਤੇ ਬਹੁਤ ਇੰਪੋਰਟੈਂਟ ਕੰਮ ਕਰ ਸਕਦਾ ਉਹ ਹੋ ਸਕਦਾ ਕਿ ਪੀਪਲ ਕੰਟੀਜੈਂਸੀ ਪਲਾਨ। ਬਹੁਤ ਵਾਰ ਸਮੁਦਾਇ ਵਿੱਚ ਬਹੁਤ ਇਹੋ ਜਿਹੇ ਲੋਕ ਹੁੰਦੇ ਨੇ ਜੋ ਤੁਹਾਨੂੰ ਹੈਲਪ ਕਰ ਸਕਦੇ ਨੇ ਆਪਣੇ ਸਕੂਲ ਦੇ ਡਿਜ਼ਾਸਟਰ ਮੈਨੇਜਮੈਂਟ ਵਿੱਚ। ਤੁਸੀਂ ਉਸ ਤਰ੍ਹਾਂ ਦਾ ਪਲਾਨ ਬਣਾਓ ਜਿਸ ਦੀ ਸਭ ਦਾ ਸਹਿਯੋਗ ਆਪਣੇ ਨਾਲ ਲੈ ਸਕੀਏ। ਕੰਟੀਜੈਂਸੀ ਪਲਾਨਸ ਕੈਨ ਬੀ ਨੈਚੁਰਲ ਡਿਜ਼ਾਸਟਰਸ ਅਫੈਕਟਿੰਗ ਹਿਊਮੈਨੀਟੇਰੀਅਨ ਆਪਰੇਸ਼ਨ ਐਂਡ ਨੀਡਸ, ਕਿਸੇ ਵੀ ਨੈਚੁਰਲ ਡਿਜ਼ਾਸਟਰ ਲਈ ਬਣਾਇਆ ਜਾ ਸਕਦਾ, ਜਾਂ ਕਿਸੇ ਐਪੀਡੈਮਿਕ ਜਾਂ ਸੀਰੀਅਸ ਹੈਲਥ ਪ੍ਰੋਬਲਮ, ਜਿਵੇਂ ਕੋਵਿਡ ਹੈ, ਕੋਵਿਡ-19 ਦਿਸ ਇਜ਼ ਐਨ ਐਪੀਡੈਮਿਕ, ਇਸ ਤਰ੍ਹਾਂ ਦਾ ਕੋਈ ਐਪੀਡੈਮਿਕ ਨਾ ਹੋ ਜੇ ਤਾਂ ਸਰਕਾਰਾਂ ਨੂੰ ਪਹਿਲਾਂ ਹੀ ਡਿਜ਼ਾਸਟਰ ਮੈਨੇਜਮੈਂਟ ਪਲਾਨ, ਕੰਟੀਜੈਂਸੀ ਪਲਾਨ ਬਣਾ ਸਕਦੀਆਂ ਨੇ। ਇੰਡਸਟਰੀਅਲ ਐਕਸੀਡੈਂਟਸ ਲਈ ਵੀ ਬਣਦੇ ਨੇ। ਸਟਾਫ ਨੂੰ ਕੋਈ ਥ੍ਰੈਟ ਹੋਵੇਗਾ, ਕੋਈ ਅਟੈਕ ਹੋਵੇ, ਜੇ ਪਿੱਛੇ ਜੇ ਕੁਰੂਕਸ਼ੇਤਰ ਵਿੱਚ ਕਿਸੇ ਸਕੂਲ ਦੇ ਪ੍ਰਿੰਸੀਪਲ ਨੂੰ ਕਿਸੇ ਨੇ ਗੋਲੀ ਸਕੂਲ ਦੇ ਵਿੱਚ ਮਾਰਤੀ ਸੀ, ਸੋ ਦਿਸ ਕਾਈਂਡ ਆਫ ਥ੍ਰੈਟ ਜੋ ਸਟਾਫ ਨੂੰ ਤਾਂ ਨਹੀਂ ਹੈ, ਤਾਂ ਉਸ ਚੀਜ਼ ਨੂੰ ਲੈ ਕੇ, ਜਾਂ ਕੋਈ ਸਿਵਲ ਕੌਨਫਲਿਕਟ, ਬਾਹਰ ਕੋਈ ਲੜਾਈ ਝਗੜਾ ਹੋ ਜੇ, ਸਡਨ ਸ਼ਾਰਟੇਜ ਆਫ ਫੂਡ ਵੀ ਹੋ ਸਕਦੀ ਹੈ, ਜਾਂ ਕੋਈ ਹੋਰ ਕੋਮੋਡਿਟੀਜ਼ ਦੀ ਇੱਕਦਮ ਸ਼ਾਰਟੇਜ ਹੋ ਜੇ ਕਿਸੇ ਵੀ ਰੀਜ਼ਨਸ ਨਾਲ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਇੱਕ ਕੰਟੀਜੈਂਸੀ ਪਲਾਨ ਬਣਾ ਸਕਦੇ ਹੁੰਦੇ ਹਾਂ। ਕੰਟੀਜੈਂਸੀ ਪਲਾਨ ਹੁੰਦਾ ਕਿ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਆਪਾਂ ਇੱਕ ਪਲਾਨ ਬਣਾ ਲਿਆ, ਜਿਵੇਂ ਆਪਾਂ ਬੈਂਕ ਵਿੱਚ ਜੋ ਸੇਵਿੰਗਸ ਕਰਦੇ ਹਾਂ ਉਹ ਆਪਣੇ ਕੰਟੀਜੈਂਸੀ ਪਲਾਨ ਹੁੰਦਾ ਵੀ ਜੇ ਮੈਨੂੰ ਲੋੜ ਪੈ ਗਈ ਤਾਂ ਮੈਂ ਇਹਦੀ ਵਰਤੋਂ ਕਰੂੰਗਾ, ਰਾਈਟ। ਸੋ ਕਿਉਂ ਅਸੀਂ ਪੀਪਲ ਕੰਟੀਜੈਂਸੀ ਪਲਾਨ ਬਣਾਉਣਾ, ਬਿਕੋਜ਼ ਉਹਨਾਂ ਨੂੰ ਆਪਣੇ ਰਿਸਕ ਅਤੇ ਵਨਰੇਬਿਲਿਟੀਜ਼ ਅਤੇ ਕੈਪੈਸਿਟੀਜ਼ ਜ਼ਿਆਦਾ ਚੰਗੀ ਤਰ੍ਹਾਂ ਪਤਾ ਨੇ। ਜਿਹੜਾ ਲੋਕਲ ਪਿੰਡ ਹੈ, ਜਿੱਥੇ ਪਿੰਡ ਦੇ ਵਿੱਚ ਸਕੂਲ ਸਥਾਪਿਤ ਕੀਤਾ, ਉਹਨਾਂ ਨੂੰ ਆਪਣੇ ਪਿੰਡ ਦੀ ਜੋ ਪ੍ਰੋਬਲਮਸ ਉਹ ਜ਼ਿਆਦਾ ਚੰਗੀ ਤਰ੍ਹਾਂ ਪਤਾ ਨੇ ਕਿਸੇ ਬਾਹਰਲੇ ਆਫਿਸਰ ਨਾਲੋਂ, ਰਾਈਟ। ਦੇ ਹੈਵ ਦੀ ਬੈਸਟ ਆਈਡੀਆ ਆਫ ਦ ਪਲੇਸ, ਉਹਨਾਂ ਨੂੰ ਆਪਣੀ ਜਗ੍ਹਾ ਦਾ ਸਭ ਤੋਂ ਵਧੀਆ ਆਈਡੀਆ ਹੁੰਦਾ, ਐਂਡ ਉੱਥੋਂ ਦੀਆਂ ਸਟਰੈਂਥਸ ਐਂਡ ਵੀਕਨੈਸਿਸ ਵੀ ਪਤਾ ਹੁੰਦੀਆਂ ਨੇ। ਫਸਟ ਰਿਸਪੋਂਡਰਸ ਹੈ, ਜੇ ਸਕੂਲ ਦੇ ਵਿੱਚ ਕੋਈ ਇੰਸੀਡੈਂਟ ਹੋ ਜਾਊਗਾ ਸਭ ਤੋਂ ਪਹਿਲਾਂ ਕੌਣ ਆਊਗਾ? ਪਿੰਡ ਵਾਲੇ ਜਾਂ ਸ਼ਹਿਰ ਵਾਲੇ ਹੀ ਆਉਣਗੇ ਸਕੂਲ ਨੂੰ ਬਚਾਉਣ ਲਈ, ਐਂਡ ਅਲਟੀਮੇਟ ਸਫਰਰਸ ਵੀ ਉਹੀ ਨੇ, ਕਿਉਂਕਿ ਅਲਟੀਮੇਟਲੀ ਐਂਡ ਆਫ ਦ ਡੇ ਉਹਨਾਂ ਦੇ ਬੱਚੇ ਹੀ ਉਹਨਾਂ ਸਕੂਲਾਂ 'ਚ ਪੜ੍ਹ ਰਹੇ ਹੋਣਗੇ। ਸੋ ਇਸ ਕਰਕੇ ਉਹ ਲੋਕ ਸਾਡੇ ਜਿਹੜੇ ਡਿਜ਼ਾਸਟਰ ਮੈਨੇਜਮੈਂਟ ਦੇ ਪ੍ਰਬੰਧ ਆ ਉਹਨਾਂ ਵਿੱਚ ਵੱਧ ਤਰ੍ਹਾਂ ਸਹਿਯੋਗ ਦੇ ਸਕਦੇ। ਸਰਕਾਰ ਦੇ ਨੁਮਾਇੰਦਿਆਂ ਨਾਲੋਂ ਜ਼ਿਆਦਾ ਵਧੀਆ ਹੈਲਪ ਹੈ ਜਿਹੜੀ ਉਹ ਸਾਡੀ ਕਰ ਸਕਦੇ ਨੇ। ਸੋ ਇਹਦੇ ਲਈ ਤੁਸੀਂ ਕੀ ਕਰ ਸਕਦੇ ਹੋ? ਮੈਪਿੰਗ ਕਰ ਸਕਦੇ ਹੋ, ਸੋਸ਼ਲ ਮੈਪਿੰਗ, ਇੱਕ ਨਕਸ਼ਾ ਬਣਾ ਲਓ ਸਮਾਜਿਕ ਪੱਧਰ 'ਤੇ ਕਿਹੜੇ ਕਿਹੜੇ ਰਿਸੋਰਸਿਸ ਹਨ ਜੋ ਸਾਨੂੰ ਹੈਲਪ ਕਰ ਸਕਦੇ ਨੇ। ਰਿਸੋਰਸ ਮੈਪਿੰਗ ਵੀ ਸਾਨੂੰ ਕਿੱਥੋਂ ਕਿੱਥੋਂ ਕਿਹੜੇ ਕਿਹੜੇ ਰਿਸੋਰਸਿਸ ਮਿਲ ਸਕਦੇ ਨੇ। ਵਨਰੇਬਿਲਟੀ ਮੈਪਿੰਗ ਕਿ ਸਾਡੇ ਸਕੂਲ ਦੇ ਵਿੱਚ ਕਿਹੜੇ ਇਹੋ ਜਿਹੇ ਖਤਰੇ ਹੈ ਜੋ ਸਾਡੇ ਸਕੂਲ 'ਤੇ ਮੰਡਰਾ ਰਹੇ, ਜਾਂ ਕਿਹੜੇ ਇਹੋ ਜਿਹੇ ਏਰੀਆਜ਼ ਹੈ ਜਿੱਥੋਂ ਸਾਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਸੇਫ ਐਂਡ ਇਵੈਕੂਏਸ਼ਨ ਮੈਪਿੰਗ, ਅਗੇਨ ਵੀ ਅਸੀਂ ਆਪਣੀ ਸੇਫਟੀ ਅਤੇ ਇਵੈਕੂਏਸ਼ਨ ਹੈ ਜਿਹੜੀ ਉਸਨੂੰ ਕਿਸ ਤਰ੍ਹਾਂ ਕਰਨਾ, ਰਾਈਟ। ਸੋ ਜਿਹੜਾ ਵੀ ਤੁਹਾਡਾ ਇੱਕ ਅੱਛਾ ਕੰਟੀਜੈਂਸੀ ਪਲਾਨ ਹੋਊਗਾ ਉਹ ਇਹਨਾਂ ਕੁਐਸਚਨਸ ਦੇ ਆਨਸਰ ਦਊਗਾ ਕਿ ਕੌਣ ਡਿਜ਼ਾਸਟਰ ਵਿੱਚ ਹੈਲਪ ਕਰੂਗਾ, ਕਿੱਥੋਂ ਆਏਗੀ ਉਹ ਹੈਲਪ, ਕਦੋਂ ਕਰੇਗਾ, ਕਿਵੇਂ ਕਰੇਗਾ ਅਤੇ ਕਿਉਂ ਕਰੇਗਾ। ਸੋ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਤਿਆਰ ਹਾਂ ਡਿਜ਼ਾਸਟਰ ਨੂੰ ਲੈ ਕੇ, ਕਿਵੇਂ ਤਿਆਰ ਹਾਂ, ਕੌਣ ਸਾਡੀ ਉਸ ਤਿਆਰੀ 'ਚ ਹੈਲਪ ਕਰੇਗਾ, ਕਿਵੇਂ ਕਰੇਗਾ ਅਤੇ ਕਿਉਂ ਕਰੇਗਾ, ਰਾਈਟ। ਦੈਨ ਓਨਲੀ ਵੀ ਕੈਨ ਸੇ ਕਿ ਅਸੀਂ ਆਪਣੇ ਡਿਜ਼ਾਸਟਰਸ ਦੇ ਲਈ ਪ੍ਰੋਪਰਲੀ ਜਿਹੜੇ ਆ ਉਹ ਤਿਆਰ ਹੋ ਗਏ, ਰਾਈਟ। ਸੋ ਦਿਸ ਇਜ਼ ਹਾਊ the school can prepare a disaster management plan for its safety, right? Thank you.